वाहिगुरु जी का खालसा, वाहिगुरु जी की फतेह। तो संगत जी, सब तो पहला सवाल ਜਿਹੜਾ ਹੈ ਉਹ ਆਪਾਂ ਲੈ ਰਹੇ ਹਾਂ। तो मैं ਬੇਨਤੀ ਕਰਦੇ ਹਾਂ ਕਿ ਪੰਥ ਪ੍ਰਵਾਨ ਜੋ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਖੰਡ ਪਾਠ, ਸਹਿਜ ਪਾਠ, ਇਹਨਾਂ ਬਾਰੇ ਪੂਰੀ ਤਫਸੀਲ ਹੈ ਕਿ ਆਪਾਂ ਕੀ ਪ੍ਰੋਸੀਜਰ ਹੈ, ਕਿਵੇਂ ਕਰਨਾ ਹੈ। परंतु कुछ एक डेरेदारा वालों ये जैसा कि क्वेश्चन आया है, संपट पाठ किए जाते। तो संपट पाठ की है, ये क्वेश्चन ਜਿਹੜਾ ਜਿਹੜਾ सवाल करता है ਉਹਦੇ ਮਨ ਦਾ ਇਹ सवाल है। मैं बेनती कर रहा भी प्रीतम सिंह जी, आप कृपा करके दसो कि संपट पाठ की होता है। हाँ जी, वाहिगुरु जी का खालसा, वाहिगुरु जी की फतेह वाहिगुरू जीओ। जी की फतेह। संपट लफज जो है ਉਹਦਾ अर्थ है किसी चीज ਨੂੰ ਦੋਨੋਂ ਪਾਸਿਓਂ ਲਪੇਟ ਦੇਣਾ ਜਾਂ ਕਿਸੇ ਡੱਬੇ 'ਚ ਬੰਦ ਕਰ ਦੇਣਾ, ਐਨਕਲੋਜ਼ ਕਰ ਦੇਣਾ, ਮਤਲਬ ਇਹਦਾ ਇਹ ਮਤਲਬ ਬਣਦਾ ਹੈ ਜੀ। ਤੋ ਹਿੰਦੂ ਧਰਮ ਦੇ ਵਿੱਚ ਸੰਪਟ ਜਾਪ ਕਰਨ ਦਾ ਬੜਾ ਰਿਵਾਜ ਹੈ। ਜਿਵੇਂ ਕੋਈ ਸ਼ਿਵ ਦਾ ਸ਼ਰਧਾਲੂ ਹੋਵੇ ਤਾਂ ਉਹ ਇਸ ਤਰ੍ਹਾਂ ਜਾਪ ਕਰਨ ਦੇ ਨਾਲ ਜ਼ਿਆਦਾ ਪ੍ਰਤਾਪ ਸਮਝਦਾ ਹੈ ਕਿ ਜਿਵੇਂ ਓਮ ਸ਼ਿਵ ਓਮ, ਮਤਲਬ ਦੋ ਦੇਵਤਿਆਂ ਦੇ ਨਾਮ ਲੈ ਲਏ, ਪਹਿਲੇ ਓਮ ਲੈ ਲਿਆ, ਫਿਰ ਸ਼ਿਵ ਦਾ ਨਾਮ ਲੈ ਲਿਆ, ਤੇ ਫਿਰ ਉਸ ਤੋਂ ਬਾਅਦ ਓਮ ਦੁਬਾਰਾ ਰਿਪੀਟ ਕਰ ਦਿੱਤਾ। ਤਾਂ ਇਸ ਤਰ੍ਹਾਂ ਇਹ ਦੋਨੋਂ ਪਾਸੇ ਤੋਂ ਇੱਕ ਕਿਸਮ ਨਾਲ ਕਹੀਏ ਵੀ ਦੋਵੇਂ ਪਾਸੇ ਇੱਕੋ ਹੀ ਜਾਪ ਰੱਖਣ ਦੇ ਨਾਲ ਇਹ ਇੱਕ ਸੰਪਟ ਜਾਪ ਬਣ ਗਿਆ। ਇਸੇ ਤਰ੍ਹਾਂ ਹੀ ਬਾਕੀ ਹੋਰ ਚੀਜ਼ਾਂ ਦੇ ਵਿੱਚ ਵੀ ਇਹ ਮੰਤਰ ਰੂਪ ਵਿੱਚ ਵੀ ਕੀਤਾ ਜਾਂਦਾ। ਇਹ ਤਾਂ ਬੜਾ ਸਿੰਪਲ ਫਾਰਮ ਦੱਸਿਆ ਉਹਦਾ। ਕਈ ਕਈ ਮੰਤਰ ਰਿਪੀਟ ਕੀਤੇ ਜਾਂਦੇ ਹਨ, ਪਹਿਲਾਂ ਤੇ ਅਖੀਰ ਦੇ ਉੱਤੇ ਸੇਮ ਮੰਤਰ ਨੂੰ ਰਿਪੀਟ ਕੀਤਾ ਜਾਂਦਾ ਹੈ, ਵਿਚਕਾਰ ਇੱਕ ਹੋਰ ਮੰਤਰ ਨੂੰ ਰਿਪੀਟ ਕੀਤਾ ਜਾਂਦਾ ਹੈ। ਤੇ ਇਸ ਤਰ੍ਹਾਂ ਇਹ ਸੰਪਟ ਪਾਠ ਦਾ ਰਿਵਾਜ ਜਿਹੜਾ ਹੈ ਇਹ ਸਾਡੇ ਵਿੱਚ ਇਹ ਹਿੰਦੂ ਧਰਮ ਤੋਂ ਜਿਹੜੇ ਖਾਸ ਕਰਕੇ ਸਾਡੇ ਨਿਰਮਲਾ ਸੰਪਰਦਾਵਾਂ ਜਿਹੜੀਆਂ ਹਨ ਉਹਨਾਂ ਦੇ ਨਾਲ ਸੰਬੰਧਿਤ ਹਨ, ਉਹਨਾਂ ਵੱਲੋਂ ਇਹ ਹਿੰਦੂ ਧਰਮ ਦੇ ਵਿੱਚੋਂ ਅਡਾਪਟ ਕਰਕੇ ਸਾਡੇ ਕੋਲ ਦਿੱਤਾ ਗਿਆ ਹੈ। ਤੇ ਇਹ ਅੱਜ ਕੱਲ੍ਹ ਬੜਾ ਪਪੂਲਰ ਹੁੰਦਾ ਜਾ ਰਿਹਾ ਹੈ। ਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਪਾਠੀ ਕੀ ਕਰਦੇ ਹਨ ਕਿ ਇੱਕ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਜਾਂ ਅਖੰਡ ਪਾਠ ਆਰੰਭ ਕੀਤਾ ਜਾਂਦਾ ਹੈ ਤਾਂ ਇੱਕ ਸ਼ਬਦ ਪੜ੍ਹਿਆ, ਉਸ ਤੋਂ ਬਾਅਦ ਫਿਰ ਇੱਕ ਸਿਲੈਕਟਡ ਸ਼ਬਦ ਦਾ ਪਾਠ ਕਰ ਦਿੱਤਾ ਜਾਂ ਦੋ ਤੁਕਾਂ ਦਾ ਜਾਂ ਕਿਸੇ ਸ਼ਲੋਕ ਦਾ ਪਾਠ ਕਰ ਦਿੱਤਾ। ਤੇ ਫਿਰ ਇਹ ਕਿਹਾ ਜਾਂਦਾ ਹੈ ਕਿ ਇਹ ਸ਼ਬਦ ਜਿਹੜਾ ਹੈ ਇਹ ਤੁਹਾਡੇ ਮਨ ਦੀਆਂ ਇੱਛਾਵਾਂ ਪੂਰੀਆਂ ਕਰੇਗਾ। ਜਿਸ ਤਰ੍ਹਾਂ ਅਸੀਂ ਆਮ ਵੀ ਬੱਚਿਆਂ ਦੇ ਵਾਸਤੇ ਕਈ ਸ਼ਬਦ ਸਿਲੈਕਟ ਕੀਤੇ ਹੁੰਦੇ ਹਨ ਘਰਾਂ ਦੇ ਵਿੱਚ ਵੀ, ਔਖੀ ਘੜੀ ਨਾ ਦੇਖਣ ਦੇ ਜਾਂ ਤਾਤੀ ਵਾਹ ਨਾ ਲੱਗ ਗਈ, ਇਸ ਤਰ੍ਹਾਂ ਦੇ ਜਿਹੜੇ ਮਨ ਨੂੰ ਧਰਵਾਸ ਦੇਣ ਵਾਲੇ ਸ਼ਬਦ ਹੁੰਦੇ ਹਨ, ਉਹਨਾਂ ਸ਼ਬਦਾਂ ਦਾ ਜਾਂ ਹੋਰ ਕੋਈ ਖਾਸ ਦਾਤਾਂ ਨੂੰ ਪ੍ਰਾਪਤ ਕਰਨ ਦਾ, ਜਿੱਥੋਂ ਉਹ ਕਹਿੰਦੇ ਹਨ ਕਿ ਇਹ ਸ਼ਬਦ ਦਾ ਪਾਠ ਕੀਤਿਆਂ ਬਾਰ-ਬਾਰ ਤੁਹਾਨੂੰ ਇੱਕ ਫਲਾਣੀ ਦਾਤ ਜਿਹੜੀ ਹੈ ਉਹ ਮਿਲ ਜਾਵੇਗੀ। ਇਸ ਤਰੀਕੇ ਦੇ ਨਾਲ ਇਹ ਸੰਪਟ ਪਾਠ ਕੀਤਾ ਜਾਂਦਾ ਹੈ। ਇਹ ਕਈ ਕਈ ਦਿਨ ਲੱਗਦੇ ਹਨ। ਆਮ ਜਿਹੜਾ ਅਸੀਂ ਅਖੰਡ ਪਾਠ ਸਾਹਿਬ ਕਰਦੇ ਹਾਂ ਉਹਦੇ ਲਈ ਤਕਰੀਬਨ 3 ਦਿਨ ਲੱਗਦੇ ਹਨ ਜਾਂ 2 ਦਿਨ ਪੂਰੇ, ਤੇ ਥੋੜਾ ਜਿਹਾ ਹੋਰ ਹਿੱਸਾ ਲੱਗਦਾ ਹੈ। ਪਰ ਜਿਹੜੇ ਸੰਪਟ ਪਾਠ ਹਨ ਇਹਨਾਂ ਗੱਲਾਂ ਕਰਕੇ, ਕਿਉਂਕਿ ਹਰ ਸ਼ਬਦ ਤੋਂ ਬਾਅਦ ਇੱਕ ਸ਼ਬਦ ਰਿਪੀਟ ਕਰਨਾ ਹੁੰਦਾ ਹੈ, ਉਹਦਾ ਜਿਹੜਾ ਸਮਾਂ ਹੈ ਉਹ ਕਈ ਗੁਣਾ ਵੀ ਹੋ ਸਕਦਾ ਹੈ, ਕਿਉਂਕਿ ਜਿਹੜੇ ਸ਼ਬਦ ਰਿਪੀਟ ਕਰਨੇ ਹਨ ਉਹਨਾਂ ਨੇ ਵੀ ਸਮਾਂ ਲੈਣਾ ਹੈ। ਤਾਂ ਇਸ ਤਰੀਕੇ ਨਾਲ ਇਹ ਹਫ਼ਤੇ ਦਾ ਤੇ ਆਮ ਸੁਣਿਆ ਜਾਂਦਾ ਹੈ ਕਿ ਹਫ਼ਤੇ ਦਾ ਸੰਪਟ ਪਾਠ ਹੈ। ਇਸ ਤੋਂ ਵੱਧ ਵੀ ਸੁਣਨ ਵਿੱਚ ਆਏ ਹਨ ਤੇ ਇਸ ਤੋਂ ਘੱਟ ਵੀ ਸੁਣਨ ਵਿੱਚ ਆਉਂਦੇ ਹਨ। ਪਰ ਇਹਦਾ ਅਰਥ ਕੀ ਹੈ ਕਿ ਬਈ ਅਸੀਂ ਸੰਪਟ ਪਾਠ ਕਰਨਾ ਹੈ ਜਾਂ ਨਹੀਂ ਕਰਨਾ, ਕਿਉਂਕਿ ਸਵਾਲ ਇਹ ਹੈ ਕਿ ਕੀ ਸੰਪਟ ਪਾਠ ਕਰਨਾ ਠੀਕ ਹੈ। ਤਾਂ ਇਹਦਾ ਬਿਲਕੁਲ ਸਪਸ਼ਟ ਜਵਾਬ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹਦੇ ਬਾਰੇ ਸਾਨੂੰ ਸਪਸ਼ਟ ਹਦਾਇਤ ਹੈ ਕਿ ਹਰ ਸਿੱਖ ਦਾ ਜਿਹੜਾ ਹੈ ਉਹ ਸਹਿਜ ਪਾਠ ਆਰੰਭ ਰਹਿਣਾ ਚਾਹੀਦਾ ਹੈ। ਸਹਿਜ ਪਾਠ ਆਰੰਭ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਆਪ ਬਾਣੀ ਨੂੰ ਪੜ੍ਹੀਏ, ਜੋ ਸਤਿਗੁਰੂ ਜੀ ਨੇ ਉਹਦੇ ਵਿੱਚ ਸਾਡੇ ਲਈ ਉਪਦੇਸ਼ ਦੱਸਿਆ ਹੈ ਉਹਨੂੰ ਅਸੀਂ ਪੜ੍ਹੀਏ, ਸੁਣੀਏ, ਸਮਝੀਏ, ਤੇ ਫਿਰ ਉਸ ਤੋਂ ਬਾਅਦ ਆਪਣੇ ਜੀਵਨ ਦੇ ਵਿੱਚ ਉਹਨੂੰ ਅਪਣਾਉਣ ਦੀ ਯਤਨ ਕਰੀਏ ਕਿ ਤਾਂ ਕਿ ਸਾਡਾ ਜੀਵਨ ਜਿਹੜਾ ਉਸ ਤਰ੍ਹਾਂ ਦਾ ਬਣੇ ਜਿਸ ਤਰ੍ਹਾਂ ਕਿ ਸਤਿਗੁਰੂ ਜੀ ਸਾਨੂੰ ਚਾਹੁੰਦੇ ਸਨ ਕਿ ਅਸੀਂ ਜਿੱਦਾਂ ਦਾ ਜੀਵਨ ਜੀਵੀਏ ਫਿਰ ਅਸੀਂ ਉਦਾਂ ਦਾ ਜੀਵਨ ਜੀ ਸਕਦੇ ਹਾਂ। ਪਰ ਇਹ ਜਿਹੜਾ ਦੂਜਾ ਪਾਠ ਅਸੀਂ ਕਰਦੇ ਹਾਂ ਅਖੰਡ ਪਾਠ ਸਾਹਿਬ, ਉਹਦੇ ਬਾਰੇ ਸਪਸ਼ਟ ਹੁਕਮ ਹੈ ਕਿ ਇਹ ਭੀੜ ਜਾਂ ਉਤਸ਼ਾਹ ਦੇ ਮੌਕੇ ਦੇ ਉੱਤੇ, ਜਦੋਂ ਸਿੰਘ ਜੰਗਲਾਂ ਦੇ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਰਹਿੰਦੇ ਸਨ ਉਦੋਂ ਇਹਦਾ ਰਿਵਾਜ ਪਿਆ, ਕਿਉਂਕਿ ਸਮਾਂ ਨਹੀਂ ਸੀ ਹੁੰਦਾ ਕਿ ਸਹਿਜ ਪਾਠ ਆਰਾਮ ਦੇ ਨਾਲ ਠੰਡੇ ਦਿਮਾਗ ਨਾਲ ਸਮਾਂ ਲੰਬਾ ਕੱਢ ਕੇ ਕੀਤਾ ਜਾਵੇ। ਤਾਂ ਉਹ ਥੋੜੇ ਸਮੇਂ ਦੇ ਵਿੱਚ ਸੰਪੂਰਨ ਕਰਨ ਲਈ ਬਿਨਾਂ ਰੁਕੇ ਪਾਠ ਕਰਨ ਦਾ ਉਦੋਂ ਉਹਨਾਂ ਨੇ ਸਿਸਟਮ ਇਵੋਲਵ ਕੀਤਾ, ਜਿਹੜੀ ਕਿ ਸਮੇਂ ਦੀ ਲੋੜ ਸੀ। ਉਹ ਸਮਾਂ ਤੇ ਹੁਣ ਖਤਮ ਹੋ ਗਿਆ। ਪਰ ਸ੍ਰੀ ਅਖੰਡ ਪਾਠ ਸਾਹਿਬ ਨੂੰ ਅਸੀਂ ਇਸ ਤਰ੍ਹਾਂ ਅਪਣਾ ਲਿਆ ਹੈ
ਕਿ ਜਿਵੇਂ ਇਹ ਕਿਤੇ ਸ਼ਾਇਦ ਗੁਰੂ ਸਾਹਿਬ ਨੇ ਆਪ ਹੀ ਵਿਧਾਨ ਬਣਾਇਆ ਹੋਵੇ। ਹਾਲਾਂਕਿ ਐਸੀ ਕੋਈ ਗੱਲ ਨਹੀਂ ਆ, ਇਹ ਸਾਡਾ ਆਪਣੇ ਵੱਲੋਂ ਕੀਤੀ ਹੋਈ ਇਨੋਵੇਸ਼ਨ ਸੀ, ਕਿਉਂਕਿ ਸਿੰਘਾਂ ਕੋਲ ਸਮਾਂ ਬੜਾ ਘੱਟ ਹੁੰਦਾ ਸੀ। ਤੇ ਉਸ ਸਮੇਂ ਦੇ ਵਿੱਚ ਪਾਠ ਕਰਨ ਦਾ ਇੱਕੋ ਹੀ ਤਰੀਕਾ ਉਹਨਾਂ ਨੂੰ ਦੱਸਿਆ ਕਿ ਬਿਨਾਂ ਰੁਕੇ ਪਾਠ ਕੀਤਾ ਜਾਏ, ਤਾਂ ਕਿ ਜਦੋਂ ਫੌਜਾਂ ਜਾ ਰਹੀਆਂ ਹੋਣ ਤੇ ਰਸਤੇ 'ਚ ਕਿਤੇ ਪੜਾਅ ਪਾਇਆ ਤੇ ਬਹੁਤ ਸਮਾਂ ਰੁਕਿਆ ਨਹੀਂ ਜਾ ਸਕਦਾ ਹੁੰਦਾ ਸੀ, ਕਿਉਂਕਿ ਸੇਫਟੀ ਦਾ ਜਿਹੜਾ ਪੱਖ ਹੈ, ਸਿਕਿਉਰਿਟੀ ਦਾ ਪੱਖ ਹੈ, ਉਹਨੂੰ ਧਿਆਨ ਵਿੱਚ ਰੱਖਦੇ ਬਹੁਤ ਸਮਾਂ ਨਹੀਂ ਸੀ ਰੁਕਿਆ ਜਾ ਸਕਦਾ। ਤਾਂ ਥੋੜੇ ਸਮੇਂ ਦੇ ਵਿੱਚ ਪਾਠ ਕਰਕੇ ਉਹ ਅੱਗੇ ਨੂੰ ਚਾਲੇ ਪਾ ਦਿੰਦੇ ਸਨ। ਪਰ ਹੁਣ ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਅਪਣਾ ਲਿਆ ਹੈ ਕਿ ਜਿਵੇਂ ਕਿਸੇ ਦੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਹੈ, ਕੋਈ ਵਿਆਹ ਹੈ, ਕੋਈ ਜਨਮ ਦਿਨ ਹੈ, ਤਾਂ ਅਸੀਂ ਅਖੰਡ ਪਾਠ ਹੀ ਕਰਾਉਂਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਘਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਵੀ ਇਹ ਮੰਨਿਆ ਜਾਂਦਾ ਕਿ ਅਖੰਡ ਪਾਠ ਤੋਂ ਬਿਨਾਂ ਤੇ ਅਗਲੇ ਦਾ ਕੁਝ ਬਣਨਾ ਨਹੀਂ, ਜਿਹੜਾ ਬੰਦਾ ਜਾ ਚੁੱਕਾ ਹੈ। ਜਦ ਕਿ ਉਹਦਾ ਜੋ ਕੁਝ ਵੀ ਬਣਨਾ ਉਹਦੇ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਬਣ ਸਕਦਾ ਹੈ। ਅਖੰਡ ਪਾਠ ਦੇ ਨਾਲ ਉਹਦੀ ਚੰਗੀ ਜਾਂ ਮਾੜੀ ਗੱਲ ਨਹੀਂ ਹੋ ਸਕਦੀ। ਪਰ ਅਸੀਂ ਇਸ ਚੀਜ਼ ਨੂੰ ਹੁਣ ਆਪਣੇ ਇੱਕ ਕਿਸਮ ਦਾ ਮਰਿਆਦਾ ਦੇ ਨੇੜੇ ਤੇੜੇ ਹੀ ਲੈ ਗਏ ਹਾਂ ਕਿ ਹਰ ਘਰ ਦੇ ਵਿੱਚ ਜਿੱਥੇ ਮੌਤ ਹੁੰਦੀ ਹੈ ਉੱਥੇ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਹੈ। ਹਾਲਾਂਕਿ ਬਿਹਤਰ ਤਾਂ ਇਹੀ ਗੱਲ ਹੈ ਕਿ ਉੱਥੇ ਉਦੋਂ ਹੀ ਸਹਿਜ ਪਾਠ ਕੀਤਾ ਜਾਣਾ ਚਾਹੀਦਾ ਹੈ ਤੇ ਘਰ ਦੇ ਬੰਦਿਆਂ ਨੂੰ ਪਾਠੀ ਰੱਖਣ ਦੀ ਥਾਂ ਦੇ ਉੱਤੇ ਆਪ ਕਰਨਾ ਚਾਹੀਦਾ ਹੈ, ਤਾਂ ਕਿ ਗੁਰਬਾਣੀ ਨਾਲ ਜੁੜ ਕੇ ਉਹਨਾਂ ਦਾ ਮਨ ਜਿਹੜਾ ਹੈ ਉਹ ਧਰਵਾਸ ਦੇ ਵਿੱਚ ਆ ਸਕੇ ਤੇ ਘੱਟੋ ਘੱਟ ਇੰਨੇ ਜੋਗਾ ਹੋ ਸਕੇ ਕਿ ਅਕਾਲ ਪੁਰਖ ਅੱਗੇ ਮਰ ਚੁੱਕੇ ਪ੍ਰਾਣੀ ਦੇ ਵਾਸਤੇ ਅਰਦਾਸ ਕਰਨ ਜੋਗਾ ਹੋ ਸਕੇ। ਤਾਂ ਸਾਡਾ ਵਿਧਾਨ ਤਾਂ ਇਹੀ ਹੈ। ਸੰਪਟ ਪਾਠ ਦੀ ਸਾਡੇ ਵਿਧਾਨ ਦੇ ਵਿੱਚ ਕੋਈ ਥਾਂ ਨਹੀਂ, ਰਹਿਤ ਮਰਿਆਦਾ ਦੇ ਵਿੱਚ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ। ਬਿਲਕੁਲ ਸਪਸ਼ਟ ਲਿਖਿਆ ਕਿ ਇਹ ਸਾਡਾ ਪਾਠ ਕਰਨ ਦਾ ਢੰਗ ਨਹੀਂ ਹੈ। ਸਾਡਾ ਪਾਠ ਕਰਨ ਦਾ ਢੰਗ ਤੇ ਗੁਰਬਾਣੀ ਨੂੰ ਸਮਝ ਸਮਝ ਕੇ ਪਾਠ ਕਰਨ ਦਾ ਢੰਗ ਹੈ, ਤਾਂ ਕਿ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਸਕੀਏ। ਦਰਅਸਲ ਇੱਥੇ ਜਿਹੜਾ ਸਵਾਲ ਹੈ ਉਹਦਾ ਜਵਾਬ ਤੇ ਇੱਥੇ ਸੰਪੂਰਨ ਹੋ ਜਾਂਦਾ ਹੈ। ਪਰ ਸਾਨੂੰ ਇੱਕ ਗੱਲ ਬੜੀ ਸਮਝ ਲੈਣੀ ਚਾਹੀਦੀ ਹੈ, ਕਿਉਂਕਿ ਇਹ ਚੀਜ਼ ਹੋਰ ਵੀ ਕਈ ਤਰੀਕਿਆਂ ਨਾਲ, ਇੱਕੋ ਹੀ ਪ੍ਰੋਬਲਮ ਜਿਹੜੀ ਹੈ ਸਾਡੇ ਅੰਦਰ ਬਹੁਤ ਤਰੀਕਿਆਂ ਨਾਲ ਆ ਰਹੀ ਹੈ। ਕਦੀ ਸੰਪਟ ਪਾਠ ਸ਼ੁਰੂ ਹੋ ਜਾਂਦੇ ਹਨ, ਕਦੀ ਚੁਪਹਿਰੇ ਸ਼ੁਰੂ ਹੋ ਜਾਂਦੇ ਹਨ, ਇਸੇ ਤਰ੍ਹਾਂ ਹੀ ਕਦੀ ਕੁਛ ਨਾ ਕੁਛ ਹੋਰ ਕਰਮ ਕਾਂਡ ਨਵੇਂ ਨਵੇਂ ਕਿਸਮ ਦੇ ਸਾਡੇ ਵਿੱਚ ਅੰਦਰ ਆਣੇ ਸ਼ੁਰੂ ਹੋ ਗਏ ਹਨ। ਸਾਨੂੰ ਦੋ ਗੱਲਾਂ ਦੇ ਬਾਰੇ ਬਿਲਕੁਲ ਕਲੀਅਰ ਹੋਣ ਦੀ ਲੋੜ ਹੈ ਕਿ ਗੁਰਬਾਣੀ ਦਾ ਇੱਕ ਸਿੱਖ ਦੇ ਜੀਵਨ ਦੇ ਵਿੱਚ ਕੀ ਮਹੱਤਵ ਹੈ। ਸਾਡੀ ਸਮਝ ਇਹ ਕਹਿੰਦੀ ਹੈ ਕਿ ਗੁਰਬਾਣੀ ਦਾ ਮਹੱਤਵ ਇਹ ਹੈ ਕਿ ਸਿੱਖ ਦੇ ਜੀਵਨ ਦੇ ਵਿੱਚ ਗੁਰਬਾਣੀ ਦਾ ਪਾਠ ਕਰਕੇ ਸਿੱਖ ਨੂੰ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਪਾਠ ਇਸ ਢੰਗ ਨਾਲ ਕਰਨਾ ਚਾਹੀਦਾ ਹੈ ਕਿ ਉਹ ਸਮਝ ਸਕੇ ਔਰ ਉਹਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਅਪਣਾ ਸਕੇ, ਆਪਣੇ ਜੀਵਨ ਨੂੰ ਉਹਦੇ ਮੁਤਾਬਕ ਢਾਲ ਸਕੇ, ਤਾਂ ਕਿ ਉਹਦਾ ਜੀਵਨ ਇੱਕ ਗੁਰਸਿੱਖ ਦਾ ਜੀਵਨ ਬਣ ਸਕੇ ਅਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕੇ ਤੇ ਉਹ ਵੀ ਗੁਰਮੁਖ ਦੇ ਦਰਜੇ ਨੂੰ ਪ੍ਰਾਪਤ ਹੋ ਸਕੇ। ਇੱਕ ਤਾਂ ਇਹ ਸੋਚ ਹੈ ਕਿ ਗੁਰਬਾਣੀ ਉਪਦੇਸ਼ ਮਾਤਰ ਹੈ, ਸਾਨੂੰ ਇਹਨੂੰ ਉਪਦੇਸ਼ ਦੀ ਤਰ੍ਹਾਂ ਹੀ ਪੜ੍ਹਨਾ ਚਾਹੀਦਾ ਹੈ ਤੇ ਸਮਝ ਕੇ ਆਪਣੇ ਜੀਵਨ ਦੇ ਵਿੱਚ ਢਾਲਣਾ ਚਾਹੀਦਾ ਹੈ। ਦੂਜਾ, ਗੁਰਬਾਣੀ ਨੂੰ ਪੜ੍ਹਨ ਦੇ ਪਿੱਛੇ ਇੱਕ ਸੋਚ ਜਿਹੜੀ ਅੱਜ ਕੱਲ੍ਹ ਬਹੁਤ ਪ੍ਰਬਲ ਹੋ ਰਹੀ ਹੈ, ਜਿਹੜੀ ਇਹਨਾਂ ਸਾਰੀਆਂ ਕੁਰੀਤੀਆਂ ਦੇ ਵਿੱਚ ਉਹਦੇ ਪਿੱਛੇ ਬੈਕਗ੍ਰਾਉਂਡ ਦੇ ਵਿੱਚ ਹੈ, ਉਹ ਇਹ ਹੈ ਕਿ ਗੁਰਬਾਣੀ ਨੂੰ ਵੇਦਾਂ ਪੁਰਾਣਾਂ ਦੇ ਮੰਤਰਾਂ ਵਾਂਗ ਮੰਨ ਲਿਆ ਗਿਆ ਹੈ ਕਿ ਫਲਾਣੇ ਸ਼ਬਦ ਦਾ ਪਾਠ ਕੀਤੇ ਫਲਾਣੀ ਦਾਤ ਪ੍ਰਾਪਤ ਹੁੰਦੀ ਹੈ, ਜਦ ਕਿ ਗੁਰਬਾਣੀ ਇਹਨਾਂ ਦਾਤਾਂ ਪ੍ਰਾਪਤ ਕਰਨ ਦਾ ਢੰਗ ਨਹੀਂ ਸੀ। ਗੁਰਬਾਣੀ ਜੀਵਨ ਨੂੰ ਸੁਧਾਰਨ ਦਾ ਢੰਗ ਸੀ, ਗੁਰਬਾਣੀ ਜੀਵਨ ਦੀ ਸਿੱਖਿਆ ਪ੍ਰਾਪਤ ਕਰਨ ਦਾ ਢੰਗ ਸੀ। ਅਸੀਂ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਹੈ। ਦੁਨਿਆਵੀ ਚੀਜ਼ਾਂ ਤਾਂ ਨਿਗੂਣੀਆਂ ਹਨ, ਇਹਨਾਂ ਦੇ ਵਾਸਤੇ ਗੁਰੂ ਸਾਹਿਬ ਨੇ ਕਦੇ ਵੀ ਨਹੀਂ ਕਿਹਾ ਕਿ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਇਨਸਾਨ ਦਾ ਕੋਈ ਸਵਾਰ ਸਕਦੀ ਹੈ। ਇਹ ਤਾਂ ਸਾਡੇ ਲਈ ਮਾਇਆ ਦਾ ਹੀ ਰੂਪ ਹਨ। ਇਹਨਾਂ ਤੋਂ ਤਾਂ ਬਚਣ ਦੀ ਬਾਰ-ਬਾਰ ਗੁਰੂ ਸਾਹਿਬ ਨੇ ਪ੍ਰੇਰਨਾ ਕੀਤੀ ਹੈ। ਤਾਂ ਜੇ ਅਸੀਂ ਗੁਰਬਾਣੀ ਨੂੰ ਇਸ ਰੂਪ ਵਿੱਚ ਮੰਨਾਂਗੇ ਜਿਵੇਂ ਹਿੰਦੂ ਵੇਦਾਂ ਪੁਰਾਣਾਂ ਦੇ ਸ਼ਾਸਤਰਾਂ ਦੇ ਮੰਤਰਾਂ ਨੂੰ ਮੰਨਦੇ ਹਨ, ਤਾਂ ਫਿਰ ਅਸੀਂ ਸੰਪਟ ਪਾਠ, ਚੁਪਹਿਰੇ ਤੇ ਇਸ ਤਰ੍ਹਾਂ ਦੇ ਹੋਰ ਕਈ ਕਿਸਮ ਦੇ ਚਲੀਏ ਤੇ ਕਈ ਪਾਠ ਕਰਨ, ਹੋਰ ਤਰ੍ਹਾਂ ਦੇ ਪਾਠ, 40 ਦਿਨ ਦੇ ਪਾਠ, ਇੰਨੇ ਦਿਨ ਦੇ ਪਾਠ, ਕਈ ਤਰ੍ਹਾਂ ਦੀਆਂ ਕੁਰੀਤੀਆਂ ਸਾਡੇ ਵਿੱਚ ਸ਼ਾਮਲ ਹੋ ਗਈਆਂ ਹਨ, ਤਾਂ ਉਹਨਾਂ ਦੇ ਪਿੱਛੇ ਲੱਗ ਜਾਵਾਂਗੇ। ਪਰ ਜੇ ਅਸੀਂ ਗੁਰਬਾਣੀ ਨੂੰ ਉਪਦੇਸ਼ ਮਾਤਰ ਸਮਝਾਂਗੇ ਤਾਂ ਕੁਦਰਤੀ ਤੌਰ ਦੇ ਉੱਤੇ ਸਾਡੀ ਸੋਚ ਐਸੀ ਬਣ ਜਾਵੇਗੀ ਕਿ ਇਹ ਕੁਰੀਤੀਆਂ ਆਪਣੇ ਆਪ ਹੀ ਸਾਡੇ ਕੋਲ ਦੂਰ ਭੱਜ ਜਾਣਗੀਆਂ। ਤੇ ਫਿਰ ਅਸੀਂ ਗੁਰਬਾਣੀ ਦਾ ਪਾਠ ਕਰਾਂਗੇ ਤੇ ਉਹਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਉਣ ਦੇ ਯਤਨ ਕਰਾਂਗੇ। ਹਮੇਸ਼ਾ ਇਸ ਗੱਲ ਲਈ ਯਤਨਸ਼ੀਲ ਰਹਾਂਗੇ ਕਿ ਸਾਡਾ ਜੀਵਨ ਉਹੋ ਜਿਹਾ ਬਣੇ ਜਿਹੋ ਜਿਹਾ ਗੁਰੂ ਸਾਹਿਬ ਚਾਹੁੰਦੇ ਸਨ। ਹਾਲਾਂਕਿ ਕੋਈ ਵੀ ਬੰਦਾ ਪੂਰਾ ਨਹੀਂ ਹੈ, ਪੂਰਾ ਉਸ ਦੇ ਉੱਤੇ ਅਸੀਂ ਭਾਵੇਂ ਨਾ ਉਤਰ ਸਕੀਏ, ਪਰ ਸਾਡਾ ਯਤਨ ਹਮੇਸ਼ਾ ਜਾਰੀ ਰਹਿਣਾ ਚਾਹੀਦਾ ਹੈ ਕਿ ਅਸੀਂ ਗੁਰਬਾਣੀ ਨੂੰ ਸਮਝ ਕੇ ਪਾਠ ਕਰੀਏ ਔਰ ਉਹਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਹਮੇਸ਼ਾ ਕਰਦੇ ਰਹੀਏ, ਤਾਂ ਕਿ ਅਸੀਂ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕੀਏ।
ਇਹ ਗੱਲ ਬਿਲਕੁਲ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ ਕਿ ਗੁਰਬਾਣੀ ਦਾ ਪਾਠ, ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਵੇ ਜਾਂ ਕਿਸੇ ਖਾਸ ਬਾਣੀ ਦਾ ਪਾਠ ਹੋਵੇ, ਜਾਂ ਕਿਸੇ ਖਾਸ ਸਮੇਂ ਦੇ ਉੱਤੇ ਇਕੱਠੇ ਹੋ ਕੇ ਖਾਸ ਢੰਗ ਨਾਲ ਆਸਣ ਲਗਾ ਕੇ, ਜਾਂ ਕਿਸੇ ਤਰੀਕੇ ਨਾਲ ਵੀ ਇਸ ਤਰ੍ਹਾਂ ਦੇ ਕੰਮ ਜੋ ਕਰਮ ਕਾਂਡ ਕੀਤੇ ਜਾਂਦੇ ਹਨ, ਉਹਨਾਂ ਦੇ ਵਿੱਚ ਸਿਰਫ ਇੱਕੋ ਹੀ ਇੱਛਾ ਉਹਦੇ ਵਿੱਚ ਪ੍ਰਬਲ ਹੁੰਦੀ ਹੈ, ਦਾਤਾਂ ਪ੍ਰਾਪਤ ਕਰਨੀਆਂ। ਕਿਸੇ ਨਾ ਕਿਸੇ ਢੰਗ ਨਾਲ ਆਪਣੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਦਾ ਢੰਗ ਹੁੰਦਾ ਹੈ, ਜਿਹੜਾ ਕਿ ਗੁਰਬਾਣੀ ਦਾ ਮਨੋਰਥ ਨਹੀਂ ਹੈ। ਔਰ ਜੇ ਅਸੀਂ ਇਸ ਇੱਕ ਗੱਲ ਦੇ ਬਾਰੇ ਕਲੀਅਰ ਹੋ ਜਾਵਾਂਗੇ ਤਾਂ ਇਹ ਚਾਹੇ ਸੰਪਟ ਪਾਠ ਹੋਵੇ, ਚਾਹੇ ਚੁਪਹਿਰੇ ਹੋਣ, ਚਾਹੇ ਚਲੀਏ ਹੋਣ, ਫਿਰ ਸਾਨੂੰ ਕਿਸੇ ਚੀਜ਼ ਦੇ ਬਾਰੇ ਕੋਈ ਕਨਫਿਊਜ਼ਨ ਨਹੀਂ ਹੋ ਸਕਦਾ। ਇਹ ਸਾਰੀਆਂ ਸਾਂਝੀਆਂ ਚੀਜ਼ਾਂ ਹਨ, ਇੱਕੋ ਬਿਮਾਰੀ ਦੇ ਵਿੱਚੋਂ ਹੀ ਸਾਰੀਆਂ ਨਿਕਲਦੀਆਂ, ਤੇ ਸਾਨੂੰ ਇਸ ਬਿਮਾਰੀ ਤੋਂ ਬਚਣ ਦੀ ਬਹੁਤ ਲੋੜ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵੀਰ ਜੀ ਨੇ ਬਹੁਤ ਹੀ ਵਿਸਥਾਰ ਸਹਿਤ ਇਹ ਜਿਹੜਾ ਸਵਾਲ ਹੈ ਉਹਦਾ ਉੱਤਰ ਦੱਸਿਆ, ਔਰ ਬਿਲਕੁਲ ਕਲੀਅਰ ਦੱਸਿਆ ਕਿ ਪਾਠ ਸਾਨੂੰ ਕੋਸ਼ਿਸ਼ ਕੀ ਕਰਨੀ ਚਾਹੀਦੀ ਹੈ ਕਿ ਸਮਝ ਸਮਝ ਕੇ ਸਹਿਜ ਪਾਠ ਕੀਤਾ ਜਾਏ। ਔਰ ਖਾਸ ਕਰਕੇ ਜਿੱਥੇ ਇਹ ਹੈ, ਇਹ ਸਪਸ਼ਟ ਦੱਸਿਆ ਕਿ ਮਰਿਆਦਾ ਅਨੁਸਾਰ ਇਹ ਮਨਮਤ ਹੈ, ਇਹ ਪ੍ਰਵਾਨ ਨਹੀਂ ਹੈ। तो आप जी का बहुत बहुत धन्यवाद कृष्ण सिंह जी। तो संगत जी, अगला सवाल जोड़ा है ये इतिहास की घटना नाल संबंधित है कि अकबर बादशाह जिस वेले गुरु अमरदास सच्चे पातशाह जी के दरबार च आया, तो सवाल ये है कि ਉਹਦਾ ਮਿਲਣ ਦਾ ਮਨੋਰਥ ਕੀ ਸੀ, ਵੀ ਕਿਉਂ ਆਇਆ ਗੁਰੂ ਸਾਹਿਬ ਕੋਲ। ਮੈਂ ਬੇਨਤੀ ਕਰਾਂ ਡਾਕਟਰ ਤੇਜਿੰਦਰ ਸਿੰਘ ਜੀ, ਕਿਰਪਾ ਕਰਕੇ ਸੰਖੇਪ ਵਿੱਚ ਤੁਸੀਂ ਦੱਸ ਦਿਓ ਕਿ ਅਕਬਰ ਦਾ ਮਨੋਰਥ ਕੀ ਸੀ ਗੋਇੰਦਵਾਲ ਸਾਹਿਬ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ। ਸੰਖੇਪ ਵਿੱਚ ਵਕਤ ਦਾ ਇਤਿਹਾਸ 2 ਮਿੰਟ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ ਜੀ। ਗੁਰੂ ਅਮਰਦਾਸ ਪਾਤਸ਼ਾਹ ਦੇ ਪਾਸ ਅਕਬਰ ਦੇ ਆਉਣ ਦਾ ਸਬਬ ਬਣਿਆ। ਗੋਇੰਦਵਾਲ ਸਾਹਿਬ ਦੀ ਮਰਿਆਦਾ ਵਿੱਚ ਗੁਰੂ ਅਮਰਦਾਸ ਜੀ ਨੇ 3 ਗੱਲਾਂ ਦਾ ਵਧੇਰੇ ਜ਼ੋਰ ਦਿੱਤਾ ਸੀ। ਸਭ ਤੋਂ ਪਹਿਲਾਂ ਗੁਰੂ ਦਾ ਲੰਗਰ, ਇਸ ਵੱਲ ਧਿਆਨ ਦਿੱਤਾ ਸੀ। ਸਾਂਝਾ ਲੰਗਰ ਛੂਤ-ਛਾਤ ਦਾ ਭਰਮ ਦੂਰ ਕਰਨ ਵਾਸਤੇ ਸਭ ਤੋਂ ਉੱਤਮ ਢੰਗ ਸੀ। ਗੁਰੂ ਜੀ ਸਾਰਿਆਂ ਨੂੰ ਬਰਾਬਰ ਸਮਝਦੇ ਸਨ। ਗੁਰੂ ਜੀ ਨੇ ਹੁਕਮ ਦਿੱਤਾ ਸੀ ਕਿ ਜੋ ਵੀ ਦਰਸ਼ਨ ਕਰਨ ਆਉਂਦਾ ਹੈ ਪਹਿਲਾਂ ਲੰਗਰ ਛਕ ਕੇ ਪ੍ਰਸ਼ਾਦਾ ਛਕ ਕੇ ਆਏਗਾ। ਦੂਜਾ, ਸਾਂਝੀ ਬੌਲੀ ਦੇ ਇਸ਼ਨਾਨ ਦੀ ਪ੍ਰੇਰਨਾ, ਜੋ ਕਿ ਜਾਤ-ਪਾਤ, ਊਚ ਨੀਚ, ਹਿੰਦੂ ਮੁਸਲਿਮ ਭੇਦਭਾਵ ਤੋਂ ਮਨੁੱਖਤਾ ਨੂੰ ਮੁਕਤ ਕਰਨ ਲਈ ਇਹ ਅਹਿਮ ਕਦਮ ਸੀ। ਤੀਜਾ, ਗੁਰਬਾਣੀ ਦੇ ਪ੍ਰਚਾਰ ਸਦਕਾ ਧਰਮ ਦੇ ਰਸਤੇ ਚੱਲਦਿਆਂ ਗੁਰੂ ਸਾਹਿਬ ਵੱਲੋਂ ਮੂਰਤੀ ਪੂਜਾ, ਸਤੀ ਪ੍ਰਥਾ ਜੈਸੀਆਂ ਸਮਾਜਿਕ ਬੁਰਾਈਆਂ, ਫੋਕਟ ਕਰਮਕਾਂਡ ਤੋਂ ਵਰਜਣਾ, ਜਿਸ ਨਾਲ ਬ੍ਰਾਹਮਣ ਦੇ ਚਲਾਏ ਜਾ ਰਹੇ ਅਡੰਬਰਾਂ ਨੂੰ ਖਤਰਾ ਭਾਸ ਰਿਹਾ ਸੀ। ਗੁਰਮਤ ਦੇ ਇਹ ਆਦਰਸ਼ ਨਾ ਕੇਵਲ ਬ੍ਰਾਹਮਣਾਂ ਨੂੰ ਬਲਕਿ ਕੱਟੜ ਮੁਸਲਮਾਨਾਂ ਨੂੰ ਵੀ ਰਾਸ ਨਹੀਂ ਆ ਰਹੇ ਸਨ। ਇਤਫਾਕ ਨਾਲ ਇੱਧਰ 1566 ਵਿੱਚ ਮਿਰਜ਼ਾ ਮੁਹੰਮਦ ਹਕੀਮ ਸ਼ਾਹ ਕਾਬਲ ਦੇ ਪੰਜਾਬ ਤੇ ਕਬਜ਼ਾ ਕਰਨ ਦੇ ਮਨਸੂਬੇ ਨੂੰ ਪਸਤ ਕਰਨ ਲਈ ਅਕਬਰ ਬਾਦਸ਼ਾਹ ਨੂੰ ਲਾਹੌਰ ਆਣਾ ਪਿਆ। ਮੌਕਾ ਦੇਖ ਕੇ ਕੁਝ ਕੱਟੜ ਹਿੰਦੂਆਂ ਤੇ ਮੁਸਲਮਾਨਾਂ ਨੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਜਾ ਕੀਤੀ ਕਿ ਉਹ ਨਾ ਤਾਂ ਹਿੰਦੂ ਧਰਮ ਦੇ ਰੀਤੀ ਰਿਵਾਜ ਅਨੁਸਾਰ ਚੱਲਦੇ ਹਨ, ਨਾ ਹੀ ਮੁਸਲਮਾਨ ਧਰਮ ਦੀ ਮਰਿਆਦਾ ਅਨੁਸਾਰ, ਅਤੇ ਉਹ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੀਆਂ ਮਰਿਆਦਾ ਦਾ ਖੰਡਨ ਕਰਦੇ ਹਨ। ਆਪਣੇ ਅਲੱਗ ਹੀ ਧਰਮ ਦੇ ਕਰਮਕਾਂਡਾਂ ਰਾਹੀਂ ਲੋਕਾਂ ਨੂੰ ਕੁਰਾਹੇ ਪਾ ਰਹੇ ਹਨ। ਅਸਲ ਵਿੱਚ ਕੁਝ ਕੱਟੜ ਹਿੰਦੂ ਅਤੇ ਮੁਸਲਮਾਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਸਿਧਾਂਤਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਗੁਰੂ ਸਾਹਿਬ ਜੋ ਪਵਿੱਤਰ ਵਿਚਾਰਧਾਰਾ ਸਮਾਜ ਨੂੰ ਦੇ ਰਹੇ ਸਨ, ਉਸ ਨਾਲ ਕਰਮਕਾਂਡਾਂ ਤੇ ਪਖੰਡਾਂ ਰਾਹੀਂ ਲੋਕਾਂ ਨੂੰ ਆਪਣੇ ਮਗਰ ਲਾਉਣ ਵਾਲੇ ਕਈ ਪੁਜਾਰੀਆਂ ਦੀ ਐਸ਼ੋ ਇਸ਼ਰਤ ਬੰਦ ਹੋ ਰਹੀ ਸੀ। ਲੋਕ ਇਹਨਾਂ ਦੇ ਕਰਮਕਾਂਡੀ ਜਾਲ ਵਿੱਚੋਂ ਨਿਕਲ ਕੇ ਇੱਕ ਅਕਾਲ ਪੁਰਖ ਨਾਲ ਜੁੜ ਰਹੇ ਸਨ ਅਤੇ ਉਹਨਾਂ ਦੇ ਜੀਵਨ ਵਿੱਚ ਇੱਕ ਨਵੀਂ ਕ੍ਰਾਂਤੀ ਆ ਰਹੀ ਸੀ। ਉਹ ਲੋਕ ਕਰਮਕਾਂਡਾਂ ਤੇ ਵਹਿਮਾਂ ਭਰਮਾਂ ਵਿੱਚੋਂ ਨਿਕਲ ਕੇ ਜਿੱਥੇ ਆਤਮਿਕ ਪੱਖੋਂ ਅਮੀਰ ਹੋ ਰਹੇ ਸਨ, ਉੱਥੇ ਸੰਸਾਰਿਕ ਤੇ ਰਾਜਨੀਤਿਕ ਪੱਖੋਂ ਵੀ ਉਹ ਸੁਚੇਤ ਅਤੇ ਸਾਵਧਾਨ ਹੋ ਰਹੇ ਸਨ। ਹੁਣ ਪੁਜਾਰੀ ਅਤੇ ਰਾਜਸੀ ਵਰਗ ਦੀ ਗੁਲਾਮੀ ਦੀਆਂ ਜੰਜੀਰਾਂ ਆਪਣੇ ਗਲੋਂ ਲਾਹ ਕੇ ਉਹਨਾਂ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਉਹਨਾਂ ਦੇ ਅੰਦਰ ਪੈਦਾ ਹੋ ਰਹੀ ਸੀ। ਸੋ ਅਜਿਹੇ ਕੱਟੜਪੰਥੀਆਂ ਦੀ ਸ਼ਿਕਾਇਤ ਸੁਣ ਕੇ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਸੱਦਾ ਭੇਜਿਆ। ਗੁਰੂ ਸਾਹਿਬ ਨੇ ਕਈ ਤਰ੍ਹਾਂ ਦੇ ਰੁਝੇਵਿਆਂ ਦੇ ਕਾਰਨ ਆਪ ਜਾਣ ਦੀ ਬਜਾਏ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਨੂੰ ਭੇਜਣ ਦਾ ਫੈਸਲਾ ਕੀਤਾ। ਭਾਈ ਜੇਠਾ ਜੀ ਜਿੱਥੇ ਪੂਰੀ ਤਰ੍ਹਾਂ ਸਿੱਖੀ ਵਿੱਚ ਢਲੇ ਹੋਏ ਸਨ, ਉੱਥੇ ਗੁਰਮਤ ਗਿਆਨ ਵਿੱਚ ਵੀ ਪੂਰੀ ਤਰ੍ਹਾਂ ਨਿਪੁੰਨ ਸਨ। ਉਹਨਾਂ ਨੇ ਦਿੱਲੀ ਪਹੁੰਚ ਕੇ ਪੁਜਾਰੀਆਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ਤੇ ਬਾਦਸ਼ਾਹ ਅਕਬਰ ਵੱਲੋਂ ਪੁੱਛੇ ਗਏ ਹਰੇਕ ਸਵਾਲ ਦਾ ਜਵਾਬ ਬਿਲਕੁਲ ਨਿਝੱਕ ਹੋ ਕੇ ਦਿੱਤਾ। ਸਿੱਖੀ ਦੇ ਨਵੇਂ ਨਿਰੋਏ ਅਸੂਲਾਂ ਅਤੇ ਸਿਧਾਂਤਾਂ ਬਾਰੇ ਬਾਦਸ਼ਾਹ ਨੂੰ ਚੰਗੀ ਤਰ੍ਹਾਂ ਸਮਝਾਇਆ। ਸੋ ਬਾਦਸ਼ਾਹ ਅਕਬਰ ਦੀ ਬਿਲਕੁਲ ਨਿਸ਼ਾ ਹੋ ਗਈ ਅਤੇ ਉਸਨੇ ਸਤਿਕਾਰ ਸਹਿਤ ਭਾਈ ਜੇਠਾ ਜੀ ਨੂੰ ਵਾਪਸ ਗੋਇੰਦਵਾਲ ਸਾਹਿਬ ਭੇਜ ਦਿੱਤਾ। ਬਾਦਸ਼ਾਹ ਅਕਬਰ ਭਾਈ ਜੇਠਾ ਜੀ ਤੋਂ ਗੁਰੂ ਘਰ ਦੀ ਮਰਿਆਦਾ ਅਤੇ ਰੀਤੀ ਰਿਵਾਜਾਂ ਬਾਰੇ ਜਾਣ ਕੇ ਇੰਨਾ ਪ੍ਰਭਾਵਿਤ ਹੋਇਆ
ਕਿ ਉਸਨੇ ਖੁਦ ਗੋਇੰਦਵਾਲ ਸਾਹਿਬ ਪਹੁੰਚ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਦਾ ਮਨ ਬਣਾਇਆ। ਬਾਦਸ਼ਾਹ ਅਕਬਰ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਪਹੁੰਚਿਆ ਤਾਂ ਸਿੱਖਾਂ ਨੇ ਬਾਦਸ਼ਾਹ ਨੂੰ ਦੱਸਿਆ ਕਿ ਗੁਰੂ ਮਰਿਆਦਾ ਅਨੁਸਾਰ ਪਹਿਲਾਂ ਉਹ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ, ਤਾਂ ਫਿਰ ਹੀ ਗੁਰੂ ਸਾਹਿਬ ਨੂੰ ਦਰਸ਼ਨ ਕਰ ਸਕਣਗੇ। ਬਾਦਸ਼ਾਹ ਅਕਬਰ ਨੇ ਗੁਰੂ ਘਰ ਦੀ ਮਰਿਆਦਾ ਦਾ ਪਾਲਣ ਕੀਤਾ, ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ, ਫਿਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਵਿਖੇ ਗੁਰੂ ਘਰ ਦੀ ਮਰਿਆਦਾ ਅਤੇ ਨਿਰੋਏ ਸਿੱਖੀ ਸਿਧਾਂਤਾਂ ਬਾਰੇ ਜਾਣ ਕੇ ਬੜਾ ਪ੍ਰਭਾਵਿਤ ਹੋਇਆ ਅਤੇ ਉਸਨੇ ਗੁਰੂ ਦੇ ਲੰਗਰਾਂ ਲਈ ਕੁਝ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ, ਤਾਂ ਕਿ ਹਰੇਕ ਲੋੜਵੰਦ ਲਈ ਇਹ ਲੰਗਰ ਇਸੇ ਤਰ੍ਹਾਂ ਚੱਲਦੇ ਰਹਿਣ ਅਤੇ ਮਾਇਆ ਪੱਖੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ। ਪਰ ਗੁਰੂ ਸਾਹਿਬ ਜੀ ਨੇ ਬਾਦਸ਼ਾਹ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਜ਼ਗੀਰ ਲੈਣ ਤੋਂ ਇਨਕਾਰ ਕਰਦਿਆਂ ਹੋਇਆਂ ਫਰਮਾਇਆ ਕਿ ਇਹ ਗੁਰੂ ਦੇ ਲੰਗਰ ਸਿੱਖਾਂ ਦੀ ਦਸਾਂ ਨੌਵਾਂ ਦੀ ਨੇਕ ਕਿਰਤ ਕਮਾਈ ਵਿੱਚੋਂ ਹੀ ਚੱਲਦੇ ਆ ਰਹੇ ਹਨ ਅਤੇ ਇਸੇ ਤਰ੍ਹਾਂ ਚੱਲਦੇ ਰਹਿਣਗੇ, ਇਹਨਾਂ ਵਿੱਚ ਕੋਈ ਕਮੀ ਨਹੀਂ ਆਏਗੀ। ਇਸ ਤਰ੍ਹਾਂ ਸਮੇਂ ਦੇ ਬਾਦਸ਼ਾਹ ਅਕਬਰ ਨੇ ਵੀ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਇਹ ਸਭ ਕੁਝ ਦੇਖ ਕੇ ਉਹਨਾਂ ਕੱਟੜਪੰਥੀਆਂ ਨੂੰ ਮੂੰਹ ਦੀ ਖਾਣੀ ਪਈ, ਜਿਨ੍ਹਾਂ ਨੇ ਅਕਬਰ ਕੋਲ ਸ਼ਿਕਾਇਤਾਂ ਇਸ ਲਈ ਕੀਤੀ ਸੀ ਕਿ ਬਾਦਸ਼ਾਹ ਨੂੰ ਗੁਰੂ ਜੀ ਨੂੰ ਕੈਦ ਕਰਕੇ ਜੇਲ੍ਹ ਵਿੱਚ ਬੰਦ ਕਰ ਦੇਣਾ ਪਵੇਗਾ, ਪਰ ਉਲਟਾ ਬਾਦਸ਼ਾਹ ਗੁਰੂ ਜੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਬੜਾ ਪ੍ਰਭਾਵਿਤ ਅਤੇ ਪ੍ਰਸੰਨ ਸੀ। ਇਹਨਾਂ ਸ਼ਬਦਾਂ ਨਾਲ ਭੁੱਲਾ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ, ਆਪਨੇ ਇਤਿਹਾਸਕ ਪੱਖ ਸਾਡੇ ਸਾਹਮਣੇ ਕਲੀਅਰ ਕੀਤਾ। ਤਾਂ ਸੰਗਤ ਜੀ, ਇੱਕ ਗੱਲ ਹੋਰ ਜਿਹੜੀ ਮੇਰੇ ਸਾਹਮਣੇ ਮੇਰੇ ਜ਼ਿਹਨ 'ਚ ਆ ਰਹੀ ਹੈ, ਬਈ ਤੁਸੀਂ ਦੇਖੋ ਬਈ ਪੂਰੇ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਤੇ ਉਹ ਚੱਲ ਕੇ ਆਇਆ ਹੋਵੇ ਤੇ ਉਹਨੂੰ ਪਹਿਲੇ ਗੁਰੂ ਸਾਹਿਬ ਤੋਂ ਪਹਿਲਾਂ ਹੀ ਬਾਹਰ ਸੇਵਾਦਾਰਾਂ ਨੇ ਕਹਿ ਦਿੱਤਾ, ਭਾਈ ਪਹਿਲੇ ਪੰਗਤ ਪਾਤਸ਼ਾਹ ਸੰਗਤ ਵੀ ਜੇ ਤੂੰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਪਹਿਲੇ ਲੰਗਰ ਛਕ। ਉਹਨੇ ਛਕਿਆ, ਪੁੰਜੇ ਬੈਠ ਕੇ ਛਕਾਇਆ। ਮੈਂ ਇਸ ਕਰਕੇ ਗੱਲ ਕੀਤੀ ਕਿ ਅੱਜ ਅਗਰ ਕੋਈ ਚੌਧਰੀ ਆ ਜਾਂਦਾ, ਕੋਈ ਸਰਕਾਰੀ ਦੁਆਰੇ ਕੋਈ ਆ ਜਾਂਦਾ, ਤਾਂ ਸਾਡੇ ਪ੍ਰਬੰਧਕਾਂ ਨੂੰ ਹੱਥਾਂ ਦੀ ਪੈ ਜਾਂਦੀ ਹੈ, ਅੱਗੋਂ ਦੀ ਲੈਣ ਜਾਣਗੇ, ਸੋਹਣ ਦੀ ਖੁਸ਼ਾਮਦ ਕਰਨਗੇ ਕਿ ਅਸੀਂ ਗੁਰੂ ਸਾਹਿਬ ਵੱਲੋਂ ਪਾਏ ਪੂਰਨੇ ਤੇ ਚੱਲ ਸਕਾਂਗੇ। ਸੋ ਗੁਰੂ ਘਰ ਵਿੱਚ ਹਰੇਕ ਬਰਾਬਰ ਹੈ, ਇੱਥੇ ਰਾਜਾ ਹੋਵੇ ਰੰਕ ਹੋਵੇ ਸਾਰੇ ਬਰਾਬਰ ਨੇ। ਉੱਠ ਕੇ ਕਿਸੇ ਦਾ ਉਚੇਚ ਤੌਰ ਤੇ ਇਸ ਕਰਕੇ ਵੀ ਉਹਦੇ ਕੋਲ ਕੋਈ ਅਹੁਦਾ ਤੇ ਅੱਗੇ ਪਿੱਛੋਂ ਦੇ ਜਿਹੜਾ ਹੋਣਾ, ਇਹ ਸੁਵਿਧਾ ਨਹੀਂ ਹੈ। ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ। ਧੰਨਵਾਦ ਵੀ ਡਾਕਟਰ ਰਜਿੰਦਰ ਸਿੰਘ ਜੀ। ਸੰਗਤ ਜੀ, ਮੈਂ ਦੂਜਾ ਸਵਾਲ ਜਿਹੜਾ ਨਹੀਂ ਲੈ ਸਕੇ ਦਲਜੀਤ ਸਿੰਘ ਤੋਂ ਮਾਫੀ ਮੰਗਾਂਗਾ ਕਿ ਇਸ ਸਵਾਲ ਬਾਰੇ, ਕਿਉਂਕਿ ਪੈਨਲ ਦੀ ਜੇ ਫਾਈਨਲ ਸਹਿਮਤੀ ਨਹੀਂ ਬਣੀ, ਤਾਂ ਇਸ ਕਰਕੇ ਅਸੀਂ ਇਹਦਾ ਜਵਾਬ ਵੀ ਨਹੀਂ ਦੇ ਸਕੇ, ਖਿਮਾ ਕਰਨਾ ਜੀ। ਸਵਾਲ ਅਗਲਾ ਲੈਂਦੇ ਹਾਂ ਜਿਹੜਾ ਗੁਰਬਾਣੀ ਦੇ ਵਿਚਾਰ ਨਾਲ ਸੰਬੰਧਿਤ ਹੈ। ਆਪ ਜੀ ਦੇ ਸਾਹਮਣੇ ਜੋ ਸਵਾਲ ਨੰਬਰ 4 ਹੈ, ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ। ਤੋਂ ਪਹਿਲਾ ਸਵਾਲ ਤੇ ਹੈ ਵੀ ਗੁਰ ਕਾਰ ਦਾ ਕੀ ਭਾਵ ਹੈ। ਦੂਜਾ ਸਵਾਲ ਕਰਤਾ ਨੇ ਕਿਹਾ ਵੀ ਕਿਆ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਗੁਰ ਕਾਰ ਹੈ। ਹਾਂਜੀ ਸਰ ਜਗੀਰ ਸਿੰਘ ਜੀ, ਤੁਸੀਂ ਇਹਨਾਂ ਦੋਨੋਂ ਪੁਆਇੰਟਾਂ ਤੇ ਆਪਣਾ ਵਿਚਾਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ। ਇਹ ਗੁਰਕਾਰ ਤੋਂ ਕੀ ਭਾਵ ਹੈ? ਕੀ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਗੁਰਕਾਰ ਹੈ? ਇਹ ਹੈ ਜੀ ਸਵਾਲ। ਇਹ ਸ਼ਲੋਕ ਸੋਠ ਕੀ ਬਾਰ ਮਹਿਲਾ ਚੌਥਾ ਦੀ 23ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ, ਜੋ ਕਿ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤਾ ਹੈ। ਸ਼ਲੋਕ ਇਸ ਤਰ੍ਹਾਂ ਹੈ, ਰੇ ਜਨ ਉਥਾਰੇ ਦੱਬਿਓ ਸੁੱਤਿਆਂ ਗਈ ਬਿਹਾਏ। ਉਥਾਰੇ ਦਾ ਮਤਲਬ ਹੁੰਦਾ ਦਿਲ ਉੱਤੇ ਦਬਾਓ, ਜੋ ਕਈ ਵਾਰੀ ਰਾਤ ਨੂੰ ਸੁੱਤੇ ਪਿਆਂ ਪੈ ਜਾਂਦਾ ਹੈ। ਮੋਹ ਰੂਪ ਉਥਾਰੇ ਦੇ ਦੱਬੇ ਹੋਏ ਭਾਈ, ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ, ਭਾਵ ਅਗਿਆਨਤਾ ਵਿੱਚ ਹੀ ਬੀਤ ਗਈ ਹੈ। ਅਗਲੀ ਪੰਕਤੀ ਹੈ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਸਤਿਗੁਰ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ, ਨਾ ਹੀ ਨਾਮ ਜਪਣ ਦਾ ਚਾਅ ਉਪਜਿਆ ਹੈ। ਅਗਲੀ ਪੰਕਤੀ ਹੈ ਜੀ, ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ। ਜਲੋ ਦਾ ਮਤਲਬ ਹੈ ਸੜ ਜਾਏ, ਬਾਹਰਾ ਦਾ ਮਤਲਬ ਹੈ ਸਖਣਾ ਜੀ। ਗੁਣਾ ਤੋਂ ਸਖਣਾ ਸਰੀਰ ਸੜ ਜਾਏ, ਜੋ ਸਤਿਗੁਰ ਦੀ ਦੱਸੀ ਕੋਈ ਕਾਰ ਨਹੀਂ ਕਰਦਾ। ਗੁਰਕਾਰ ਦਾ ਅਰਥ ਹੈ ਪ੍ਰਭੂ ਦਾ ਸਿਮਰਨ, ਪ੍ਰਭੂ ਦੀ ਯਾਦ ਮਨ ਵਿੱਚ ਵਸਾਉਣਾ, ਅਵਗੁਣ ਛੱਡ ਕੇ ਗੁਣ ਧਾਰਨ ਕਰਨੇ,
ਗੁਰ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰਨਾ। ਮਨ ਵਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾ ਸੋਈ ਜਨ ਪਾਏ। ਜਿਹੜਾ ਮਨੁੱਖ ਆਪਣੇ ਮਨ ਰਾਹੀਂ, ਬਚਨਾਂ ਰਾਹੀਂ, ਕਰਮਾਂ ਰਾਹੀਂ ਇੱਕ ਪ੍ਰਭੂ ਦਾ ਧਿਆਨ ਧਰੀ ਰੱਖਦਾ ਹੈ, ਉਹ ਮਨੁੱਖ ਮਨੁੱਖਾ ਜਨਮ ਦੇ ਸਾਰੇ ਫਲ ਹਾਸਲ ਕਰ ਲੈਂਦਾ ਹੈ। ਭਾਵ ਸਾਡੇ ਸਾਰੇ ਕੰਮ ਮਨ ਕਰਕੇ, ਬਚਨਾਂ ਕਰਕੇ ਅਤੇ ਸਰੀਰ ਕਰਕੇ ਗੁਰਮਤਿ ਅਨੁਸਾਰ ਹੋਣੇ ਚਾਹੀਦੇ ਹਨ। ਗੁਰੂ ਸਾਹਿਬ ਜੀ ਦਾ ਹੁਕਮ ਹੈ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਰ ਕਿਹਾ ਸਾਕਾਰ ਕਮਾਵੋ, ਸ਼ਬਦ ਚੀਨ ਸਹਿਜ ਕਰ ਆਵੋ। ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਅਨੇਕ ਵਿਧੀਆਂ ਵਿੱਚੋਂ ਇੱਕ ਹੋ ਸਕਦੀ ਹੈ, ਜੇਕਰ ਬੰਦਾ ਵਿਕਾਰਾਂ ਤੋਂ ਬਚ ਕੇ ਗੁਰਮਤਿ ਦਾ ਧਾਰਨੀ ਹੋ ਜਾਵੇ ਅਤੇ ਪ੍ਰਭੂ ਨਾਲ ਪਿਆਰ ਪਾ ਲਵੇ। ਪਰਮੇਸ਼ਰ ਦਾ ਸਿਮਰਨ ਤਾਂ ਕਿਰਤ ਕਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ, ਖਾਂਦੇ ਪੀਂਦੇ, ਸਾਸ ਗਰਾਸ ਭਾਵ ਹਰ ਵੇਲੇ ਕਰਨਾ ਹੈ। ਜਦੋਂ ਅਸੀਂ ਗੁਰਮਤਿ ਤੋਂ ਉਲਟ ਕੋਈ ਵੀ ਕਰਮ ਕਰਦੇ ਹਾਂ ਤਾਂ ਉਸ ਵੇਲੇ ਅਸੀਂ ਪ੍ਰਭੂ ਨੂੰ ਭੁੱਲ ਜਾਂਦੇ ਹਾਂ। ਇਸ ਹਾਲਤ ਵਿੱਚ ਸਿਮਰਨ ਕਿਵੇਂ ਹੋ ਸਕਦਾ ਹੈ? ਭਾਵ ਨਹੀਂ ਹੋ ਸਕਦਾ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਰਾਮ ਰਾਮ ਕਰਤਾ ਜਗ ਫਿਰੈ, ਰਾਮ ਨਾ ਪਾਇਆ ਜਾਏ। ਪ੍ਰਭੂ ਦਾ ਸਿਮਰਨ, ਪ੍ਰਭੂ ਦਾ ਹੁਕਮ ਮੰਨਣਾ ਹੈ। ਹੁਕਮ ਮੰਨਿਐ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸ਼ਲੋਕ ਦੀਆਂ ਅੰਤਲੀਆਂ ਪੰਕਤੀਆਂ ਹਨ। ਜਗਤ ਜਲੰਦਾ ਡਿਠ ਮੈਂ, ਹਉਮੈ ਦੂਜੀ ਭਾਏ। ਸੰਸਾਰ ਮੈਂ ਹਉਮੈ ਵਿੱਚ, ਮਾਇਆ ਦੇ ਮੋਹ ਵਿੱਚ ਸੜਦਾ ਵੇਖਿਆ ਹੈ। ਨਾਨਕ ਗੁਰ ਸਰਨਾਈ ਉਭਰੈ, ਸੱਚ ਮਨ ਸ਼ਬਦ ਧਿਆਏ। ਹੇ ਨਾਨਕ, ਗੁਰੂ ਦੇ ਸ਼ਬਦ ਰਾਹੀਂ ਸੱਚੇ ਹਰੀ ਨੂੰ ਮਨ ਵਿੱਚ ਸਿਮਰ ਕੇ ਜੀਵ ਸਤਿਗੁਰ ਦੀ ਸ਼ਰਨ ਪੈ ਕੇ ਇਸ ਹਉਮੈ ਦੀ ਸੜਨ ਤੋਂ ਬਚ ਸਕਦਾ ਹੈ। ਇਤਨੀ ਬੇਨਤੀ ਪ੍ਰਵਾਨ ਕਰਨਾ ਜੀ। ਭੁੱਲ ਚੁੱਕ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੇ ਗੁਣ ਨਹੀਂ ਤਾਂ ਕੋਈ ਚੀਜ਼ ਤਾਂ ਹੋਏਗੀ ਫਿਰ ਔਗਣ। ਤੇ ਇਹ ਜਿਹੜੇ ਵਿਕਾਰ ਨੇ, ਇਹਨਾਂ ਨੂੰ ਗੁਰਬਾਣੀ ਵਿੱਚ ਅੱਗ ਲਿਖਿਆ ਹੈ। ਤੋ ਵੀਰ ਜੀ ਨੇ ਜਿਸ ਤਰ੍ਹਾਂ ਸਾਜਵੀਰ ਸਿੰਘ ਦੱਸਿਆ, ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਤੋ ਜਿਸ ਵੇਲੇ ਵਿਕਾਰੀ ਜੀਵਨ ਹੈ, ਉਹਨੇ ਇਸੇ ਤਰ੍ਹਾਂ ਸੜਿਆ। ਧੰਨਵਾਦ ਹੈ ਵੀਰ ਜੀ ਦਾ। ਤੋ ਸੰਗਤ ਜੀ, ਆਓ ਅਗਲਾ ਸਵਾਲ ਇਹਦੇ ਇਤਿਹਾਸ ਨਾਲ ਸੰਬੰਧਿਤ ਹੈ। ਹੁਣੇ ਡਾਕਟਰ ਰਜਿੰਦਰ ਸਿੰਘ ਜੀ ਨੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਅਕਬਰ ਦੇ ਆਉਣ ਦੀ ਗੱਲ ਕੀਤੀ ਸੀ, ਤੇ ਉਹਨਾਂ ਨੇ ਇਸ਼ਾਰੇ ਮਾਤਰ ਕਿਹਾ ਸੀ ਕਿ ਬੌਲੀ 'ਚ ਇਸ਼ਨਾਨ ਕਰਨਾ ਔਰ ਪੰਗਤ ਛਕਣਾ ਮੇਨ ਮਕਸਦ ਸੀ, ਕਿ ਜਿਹੜਾ ਜ਼ਾਤ ਪਾਤ ਊਚ ਨੀਚ ਦਾ ਭੇਦਭਾਵ ਸੀ ਉਹਨੂੰ ਖਤਮ ਕਰਨਾ। ਤੋ ਇਹ ਤਾਂ ਇੱਕ ਹੈ, ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਬੜੇ ਸਮਾਜ ਸੁਧਾਰ ਕੰਮ ਕੀਤੇ ਨੇ। ਤੋ ਸਵਾਲ ਕਰਤਾ ਨੇ ਹੀ ਪੁੱਛਿਆ ਬਈ ਉਹਨਾਂ ਦਾ ਸੰਖੇਪ ਵਰਣਨ ਦੱਸੋ, ਜਿਹੜੇ ਸਮਾਜ ਸੁਧਾਰ ਦੇ ਕਾਰਜ ਗੁਰੂ ਸਾਹਿਬ ਜੀ ਨੇ ਕੀਤੇ। ਉੱਤਰ ਦੇਣਗੇ ਸਾਧ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀ ਰਾਜਾ ਸਿੰਘ ਜੀ ਨੇ ਆਪ ਜੀ ਨੂੰ ਬੈਕਗ੍ਰਾਉਂਡ ਵਿੱਚ ਦੱਸਿਆ ਹੀ ਹੈ, ਜਿੱਥੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਲੰਗਰ ਪ੍ਰਥਾ ਦਾ ਵਿਸਤਾਰ ਕੀਤਾ ਔਰ ਲੰਗਰ ਵਿੱਚ ਵੱਡਾ ਵੱਡਾ ਛੋਟੇ ਦਾ ਲਿਹਾਜ਼ ਖਤਮ ਕੀਤਾ। ਇੱਥੋਂ ਤੱਕ ਕਿ ਬਾਦਸ਼ਾਹ ਨੂੰ ਵੀ ਲੰਗਰ ਦੇ ਵਿੱਚ ਪਹਿਲਾਂ ਪੰਗਤ ਵਿੱਚ ਬੈਠਣ ਦੀ ਹਦਾਇਤ ਕੀਤੀ ਤੇ ਬਾਕੀਆਂ ਨੂੰ ਕਿਹਾ ਵੀ ਤੁਸੀਂ ਸਾਰੇ ਜਿਹੜੇ ਹਨ ਉਹ ਸੰਗਤ ਵਿੱਚ ਇਕੱਠਿਆਂ ਬੈਠਣਾ। ਤੋ ਕੋਈ ਵਿਤਕਰਾ ਨਹੀਂ ਕੀਤਾ ਕਿ ਕੋਈ ਵੱਡਾ ਤੇ ਕੋਈ ਛੋਟਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਰਾਣਾ ਰੰਗ ਬਰਾਬਰੀ, ਤੋ ਰਾਣਾ ਰੰਗ ਬਰਾਬਰੀ ਦਾ ਅਸੂਲ ਲੰਗਰ ਦੇ ਵਿੱਚ ਉਹਨਾਂ ਨੇ ਇੰਪਲੀਮੈਂਟ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਜਿਹੜੀ ਪ੍ਰਥਾ ਸੀ, ਇਹਦੇ ਨਾਲ ਊਚ ਨੀਚ ਜਾਤ ਪਾਤ ਦੇ ਛੋਟੇ ਵੱਡੇ ਦਾ ਭੇਦ ਖਤਮ ਕੀਤਾ ਤੇ ਉਸ ਸਮੇਂ ਦੇ ਮੁੱਖ ਭਾਈਚਾਰਾ ਹਿੰਦੂ ਤੇ ਮੁਸਲਮਾਨ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਥੀ ਬਣੇ ਜਦੋਂ ਉਹ ਲੰਗਰ ਦੇ ਵਿੱਚ ਇਕੱਠੇ ਬੈਠ ਕਰਕੇ ਪ੍ਰਸ਼ਾਦਾ ਛਕਣ ਲੱਗ ਪਏ। ਗੁਰੂ ਅਮਰਦਾਸ ਮਹਾਰਾਜ ਜੀ, ਇਹ ਸੱਚ ਹੈ ਕਿ ਵੱਡੇ ਸਮਾਜ ਸੁਧਾਰਕ ਸਨ। ਉਸ ਵੇਲੇ ਸਮਾਜ ਵਿੱਚ ਕਈ ਬੁਰਾਈਆਂ ਜਿਵੇਂ ਸਤੀ ਪ੍ਰਥਾ, ਪਰਦੇ ਦਾ ਰਿਵਾਜ, ਛੂਆ-ਛਾਤ ਆਦਿ ਵਿੱਚ ਗ੍ਰਸਿਆ ਹੋਇਆ ਸੀ। ਸਤੀ ਪ੍ਰਥਾ ਵੀ ਜੇਕਰ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਇਸਤਰੀ ਨੂੰ ਪਤੀ ਦੀ ਚਿਖਾ ਵਿੱਚ ਜਬਰਨ ਸੜਨਾ ਪੈਂਦਾ ਸੀ। ਗੁਰੂ ਜੀ ਨੇ ਇਸ ਪ੍ਰਥਾ ਦਾ ਭਰਵਾਂ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜ਼ਿੰਦਗੀ ਨੂੰ ਬਚਾਉਣਾ ਪਵਿੱਤਰ ਫਰਜ਼ ਹੈ। ਅਸਲੀ ਸਤੀ ਉਹ ਹੈ
ਜੋ ਪਤੀ ਦੀ ਮੌਤ ਪਿੱਛੋਂ ਪਵਿੱਤਰ, ਨਿਮਰਤਾ ਤੇ ਸਬਰ ਦੀ ਜ਼ਿੰਦਗੀ ਜਿਉਂਦੀ ਹੈ ਅਤੇ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿੰਦੀ ਹੈ। ਇਸ ਤੋਂ ਪਿੱਛੋਂ ਬਾਦਸ਼ਾਹ ਅਕਬਰ ਨੇ ਸ਼ਾਹੀ ਫੁਰਮਾਨ ਜਾਰੀ ਕਰਕੇ ਸਤੀ ਪ੍ਰਥਾ ਨੂੰ ਬੰਦ ਕਰ ਦਿੱਤਾ। ਗੁਰੂ ਜੀ ਨੇ ਪਰਦੇ ਦੀ ਪ੍ਰਥਾ ਨੂੰ ਇੱਕ ਬੁਰਾਈ ਕਿਹਾ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਸਤਰੀਆਂ ਦਰਬਾਰ ਵਿੱਚ ਬਿਨਾਂ ਪਰਦੇ ਤੋਂ ਆਉਣੀਆਂ ਚਾਹੀਦੀਆਂ ਹਨ, ਤੇ ਇਹੀ ਪ੍ਰਥਾ ਜਿਹੜੀ ਹੈ ਹੁਣ ਤੱਕ ਚੱਲੀ ਆਉਂਦੀ ਹੈ ਸੰਗਤਾਂ ਦੇ ਵਿੱਚ। ਗੁਰੂ ਜੀ ਨੇ ਸੰਨਿਆਸ ਦੇ ਜਿਹੜੀ ਹੈ ਉਸ ਨੂੰ ਠੀਕ ਨਹੀਂ ਸਮਝਿਆ ਤੇ ਗ੍ਰਸਥ ਧਰਮ ਜਿਹੜਾ ਹੈ ਉਸ ਦੀ ਜਿਹੜੀ ਪ੍ਰੋੜਤਾ ਕੀਤੀ, ਔਰ ਇਹ ਕਿਹਾ ਕਿ ਗੁਰਮਤ ਅਨੁਸਾਰ ਹੀ ਗ੍ਰਸਥ ਵਿੱਚ ਰਹਿ ਕਰਕੇ ਹੀ ਜੀਵਨ ਮੁਕਤ ਹੋਇਆ ਜਾ ਸਕਦਾ ਹੈ। ਸਿਰਫ ਵੇਦ ਸ਼ਾਸਤਰ ਜਾਂ ਪੁਰਾਣ ਪੜ੍ਹ ਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਗੁਰੂ ਰਸਤਾ ਦਿਖਾਉਂਦਾ ਹੈ ਅਤੇ ਉਸ ਰਸਤੇ ਤੇ ਚੱਲ ਕੇ ਮਨੁੱਖ ਪ੍ਰਭੂ ਦੀ ਪ੍ਰਾਪਤੀ ਕਰ ਸਕਦਾ ਹੈ। ਪਹਿਲੇ ਗੁਰੂਆਂ ਵਾਂਗ ਹੀ ਗੁਰੂ ਅਮਰਦਾਸ ਮਹਾਰਾਜ ਨੇ ਵੀ ਭਰਮ ਭੁਲੇਖੇ, ਵਹਿਮ, ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਸੰਗਤ ਨੂੰ ਠੀਕ ਰਸਤਾ ਦਿਖਾਇਆ। ਜੋ ਕੰਡਾਂ ਸਮਾਜ ਵਿੱਚ ਵੇਦਾਂ, ਸ਼ਾਸਤਰਾਂ, ਮਨੂ ਸਿਮਰਤੀ ਆਦਿ ਨੇ ਪਾਈਆਂ ਹੋਈਆਂ ਸਨ, ਗੁਰੂ ਅਮਰਦਾਸ ਜੀ ਨੇ ਖੋਲ ਦਿੱਤੀਆਂ। ਗੁਰੂ ਅਮਰਦਾਸ ਮਹਾਰਾਜ ਨੇ ਧਰਮ ਪ੍ਰਚਾਰ ਲਈ ਮਹਾਨ ਦੇਣ ਦਿੱਤੀ, ਜਿੱਥੇ ਕਿ ਗੁਰੂ ਮਹਾਰਾਜ ਜੀ ਨੇ ਧਰਮ ਪ੍ਰਚਾਰ ਲਈ 146 ਸਿੱਖ ਜਿਹੜੇ ਪੜ੍ਹੇ ਲਿਖੇ ਸਿੱਖ ਸਨ ਉਹਨਾਂ ਦਾ ਜਥਾ ਤਿਆਰ ਕੀਤਾ ਤੇ ਉਹਨਾਂ ਦੇ ਵਿੱਚੋਂ 22 ਮੰਜੀਆਂ ਸਥਾਪਿਤ ਕੀਤੀਆਂ ਧਰਮ ਪ੍ਰਚਾਰ ਲਈ, ਤੇ ਉਹਨਾਂ ਵਿੱਚੋਂ 52 ਇਸਤਰੀਆਂ ਵੀ ਉਹਨਾਂ ਨੂੰ ਵੀ ਪੀੜੇ ਦਿੱਤੇ ਤੇ ਉਹਨਾਂ ਨੂੰ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਸਿੱਖਾਂ ਦੀਆਂ ਅਧਿਆਤਮਕ ਅਤੇ ਧਾਰਮਿਕ ਜ਼ਰੂਰਤਾਂ ਨੂੰ ਪ੍ਰਚਾਰ ਰਾਹੀਂ ਪੂਰਾ ਕਰਦੇ ਰਹੇ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਦੂਰ ਦੁਰੇੜੇ ਤੱਕ ਪਹੁੰਚਾਇਆ ਅਤੇ ਬਹੁਤ ਸਾਰੇ ਲੋਕ ਗੋਇੰਦਵਾਲ ਸਾਹਿਬ ਆਉਣ ਲੱਗ ਪਏ ਤੇ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਬਣ ਗਿਆ। ਇਸ ਸਮੇਂ ਗੋਇੰਦਵਾਲ ਸਾਹਿਬ ਦਾ ਬਹੁਤ ਵਿਕਾਸ ਹੋਇਆ ਤੇ ਇਸ ਵਿੱਚ ਇਹ ਵੀ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਉੱਥੇ ਪਾਣੀ ਦੀ ਥੋੜ ਨੂੰ ਪੂਰਾ ਕਰਨ ਵਾਸਤੇ ਬੌਲੀ ਸਾਹਿਬ ਵੀ ਬਣਾਈ ਗਈ। ਤੋ ਇਸ ਦੇ ਨਾਲ ਹੀ ਇੱਕ ਮਹਾਨ ਰਚਨਾ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ, ਉਹ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ ਦੀ ਰਚਨਾ ਕੀਤੀ ਹੈ ਤੇ ਇਹ ਖੁਸ਼ੀ ਤੇ ਮੌਕੇ ਤੇ ਗਾਉਣ ਜਾਣ ਵਾਲੇ ਸ਼ਬਦ ਇਹਦੇ ਵਿੱਚ ਹਨ। ਸਿੱਖੀ ਵਿਆਹ ਦੀ ਰੀਤ, ਆਨੰਦ ਕਾਰਜ ਵੇਲੇ ਲਾਵਾਂ ਦਾ ਪਾਠ ਇਸ ਬਾਣੀ ਨਾਲ ਸੰਪੰਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖਾਂ ਨੂੰ ਬਾਣੀ ਦੇ ਨਾਲ-ਨਾਲ ਤੀਰਥ ਅਸਥਾਨ ਅਤੇ ਵਿਆਹ ਸ਼ਾਦੀ ਸਮੇਂ ਪੜ੍ਹੇ ਜਾਣ ਵਾਲੇ ਸ਼ਬਦ ਪ੍ਰਾਪਤ ਹੋਏ। ਤੋ ਇੱਥੇ ਇਹ ਵੀ ਕਲੀਅਰ ਕੀਤਾ ਕਿ ਅਸਲੀ ਤੀਰਥ ਅਸਥਾਨ ਜਿਹੜਾ ਹੈ ਉਹ ਗੁਰੂ ਹੈ ਤੇ ਗੁਰੂ ਨਾਲ ਹੀ ਸਾਨੂੰ ਜੁੜਨ ਦੀ ਲੋੜ ਹੈ, ਤੇ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਪੱਕਾ ਕਰਨ ਲਈ ਬਹੁਤ ਯੋਗਦਾਨ ਪਾਇਆ। ਤੇ ਗੋਇੰਦਵਾਲ ਸਾਹਿਬ ਵਿਖੇ ਆਪ ਜੀ ਨੇ ਇਹ ਸਾਰੇ ਜਿਹੜੇ ਹਨ ਉਹ ਕੰਮ ਦੇ ਆਰੰਭੇ। ਤੋ ਇੰਨੀ ਕੁ ਵਿਚਾਰ ਆਪ ਜੀ ਦੇ ਨਾਲ ਮੈਂ ਸਾਂਝੀ ਕਰ ਸਕਿਆ ਕਿ ਉਹ ਸਮਾਂ ਥੋੜਾ ਹੈ। ਤੋ ਆਓ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਤੇਜਿੰਦਰ ਸਿੰਘ ਜੀ। ਤੋ ਸੰਗਤ ਜੀ, ਜਿਸ ਤਰ੍ਹਾਂ ਵੀਰ ਜੀ ਨੇ ਕੁਝ ਪੁਆਇੰਟ ਦੱਸੇ ਨੇ, ਤੋ ਥੋੜੇ ਜਿਹੇ ਸਮੇਂ 'ਚ ਇੰਨੇ ਕੁ ਹੀ ਦੱਸੇ ਜਾ ਸਕਦੇ ਨੇ। ਤੋ ਗੁਰੂ ਸਾਹਿਬ ਜੀ ਨੇ ਬੜੇ ਹੀ ਸਮਾਜ ਸੁਧਾਰ ਦੇ ਜਿਹੜੇ ਕੰਮ ਕੀਤੇ ਨੇ। ਜਿੱਥੇ ਬੌਲੀ ਦੀ ਗੱਲ ਵੀਰ ਜੀ ਨੇ ਦੱਸੀ ਹੈ, ਜਿੱਥੇ ਛੂਆ-ਛਾਤ ਦੀ ਸੀ, ਕਿਉਂਕਿ ਇੱਕ ਵਹਿਮ ਪਾਇਆ ਜਾਂਦਾ ਹੈ ਅੱਜ ਵੀ ਕਈਆਂ ਕਮਿਊਨਿਟੀਜ਼ 'ਚ ਕਿ ਚੱਲਦਾ ਪਾਣੀ ਜਿਹੜਾ ਹੈ ਉਹਦਾ ਕੁਛ ਨਹੀਂ ਵਿਗੜਦਾ, ਪਰੰਤੂ ਜੇ ਖੜਾ ਪਾਣੀ ਹੈ ਉਹ ਭਿੱਜ ਜਾਂਦਾ ਹੈ ਜੇਕਰ ਕੋਈ ਨੀਵੀਂ ਜਾਤ ਵਾਲਾ ਉਹਦੇ ਜਾ ਕੇ ਇਸ਼ਨਾਨ ਕਰੇ ਜਾਂ ਉੱਥੋਂ ਪਾਣੀ ਪੀ ਲੇ। ਤਾਂ ਗੁਰੂ ਸਾਹਿਬ ਜੀ ਨੇ, ਹਾਲਾਂਕਿ ਬਿਆਸਾ ਦਰਿਆ ਬਿਲਕੁਲ ਗੋਇੰਦਵਾਲ ਦੇ ਵਿੱਚੋਂ ਲੰਘਦਾ ਸੀ, ਹੁਣ ਥੋੜਾ ਜਿਹਾ ਪਰੇ ਹੋ ਗਿਆ, ਪਰ ਉਸ ਵੇਲੇ ਭਰ ਕੇ ਵਗਦਾ ਸੀ, ਤਾਂ ਪਾਣੀ ਦੀ ਕਿੱਲਤ ਉੱਥੋਂ ਹੀ ਪੂਰੀ ਕੀਤੀ ਜਾ ਸਕਦੀ ਸੀ। ਪਰੰਤੂ ਗੁਰੂ ਸਾਹਿਬ ਨੇ ਬੋਲੀ ਚੇਚੇ ਤੌਰ ਤੇ ਇਸ ਕਰਕੇ ਉਹਦਾ ਨਿਰਮਾਣ ਕਰਵਾਇਆ ਕਿ ਇਹ ਜਿਹੜਾ ਕਹਿੰਦੇ ਖੜੇ ਪਾਣੀ 'ਚ ਉਹਨਾਂ ਨੂੰ ਮਤਲਬ ਵੀ ਉਹ ਛੂਤ-ਛਾਤ ਦਾ ਕਰੰਟ ਪੈਂਦਾ ਸੀ, ਉਹ ਨਾ ਪਾਓ। ਤਾਂ ਗੁਰੂ ਸਾਹਿਬ ਨੇ ਬੜੀਆਂ ਇਹੋ ਜਿਹੀਆਂ ਮਤਲਬ ਵੀ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਵੀਰ ਜੀ ਨੇ ਦੱਸੀਆਂ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਅਗਲਾ ਸਵਾਲ ਬੜਾ ਅਹਿਮ ਜੇ, ਇਹ ਤੁਹਾਡੇ ਸਾਰਿਆਂ ਦੇ ਨੋਟਿਸ 'ਚ ਆਇਆ ਹੋਣਾ। ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਸੋ ਨਿਰਵਾਣ ਦੇ ਅਰਥ ਕਈ ਨੇ। ਤੋ ਚਲੋ ਮੈਂ ਇਸ ਲਈ ਸਵਾਲ ਦੇ ਮੁਤਾਬਕ ਮੈਂ ਕਹਿਣਾ ਕਿ ਜਿਸ ਵੇਲੇ ਗੁਰੂ ਦੀ ਕੀਰਤੀ ਕਰਨੀ ਹੈ ਸਿੱਖ ਨੇ, ਉਹਨੇ ਮਨ ਵਿੱਚ ਕੋਈ ਇੱਛਾ ਰੱਖ ਕੇ ਨਹੀਂ ਕਰਨੀ, ਉਹ ਨਿਸ਼ਕਾਮ ਹੋ ਕੇ ਕਰਨੀ। ਸੇਵਾ ਕਰਤ ਹੋਏ ਨੇ ਕਾਮੀ, ਤਾਂ ਕੋ ਹੋਤ ਪ੍ਰਾਪਤ ਸੁਆਮੀ। ਪਰ ਜੇ ਮਨ ਵਿੱਚ ਇੱਛਾ ਹੋਵੇ ਵੀ ਮੈਂ ਇਹ ਸ਼ਬਦ ਪੜ੍ਹਿਆ, ਮੈਂ ਕਥਾ ਕੀਤੀ ਹੈ, ਮੇਰੀ ਐਪਰੀਸੀਏਸ਼ਨ ਹੋਵੇ, ਇਹ ਗੱਲ ਮਨਜ਼ੂਰ ਨਹੀਂ। ਤੇ ਜੇ ਮੇਰੀ ਇੱਛਾ ਹੈ ਕਿ ਮੈਨੂੰ ਉੱਥੋਂ ਮਾਇਆ ਮਿਲਣੀ ਚਾਹੀਦੀ ਹੈ, ਮਨਜ਼ੂਰ ਨਹੀਂ। ਪਰ ਤੁਹਾਡੇ ਸਾਹਮਣੇ ਹੀ ਹੈ ਅੱਜ ਕੀ ਹੋ ਰਿਹਾ। ਇਹ ਸਵਾਲ ਹੈ, ਇਹ ਸਵਾਲ ਕਰਤਾ ਨੇ ਕੀਤਾ, ਮੈਨੂੰ ਲੱਗਦਾ ਉਹਨੇ ਦੁਖੀ ਹਿਰਦੇ ਨਾਲ ਕੀਤਾ ਕਿ ਬੜੀ ਬੜੀ ਮੋਟੀ ਭੇਟਾ ਕੀਰਤਨੀ ਜਥੇ ਮੰਗਣ ਲੱਗ ਪਏ ਨੇ, ਕਹਿਣ ਲੱਗ ਪਏ ਜੀ ਸਾਨੂੰ ਇੰਨਾ ਮਾਇਆ ਦਿਓ। ਤਾਂ ਜਿਹੜੇ ਕੀਰਤਨੀ ਜਥੇ ਮੋਟੀ ਭੇਟਾ ਆਖਦੇ ਹਨ,
ਕੀ ਉਹਨਾਂ ਦੇ ਪ੍ਰਚਾਰ ਦਾ ਵੀ ਅਸਰ ਹੋ ਸਕਦਾ, ਕੋਈ ਹੋਏਗਾ ਜਾਂ ਨਹੀਂ ਹੋ ਸਕਦਾ? ਵੀਰ ਮਨਿੰਦਰ ਪਾਲ ਸਿੰਘ ਜੀ, ਤੁਸੀਂ ਇਹਦੇ ਬਾਰੇ ਵਿਚਾਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਵਾਲ ਦੀ ਬੈਕਗ੍ਰਾਉਂਡ ਵੀ ਰਾਜਾ ਸਿੰਘ ਜੀ ਨੇ ਆਪ ਜੀ ਨੇ ਸਾਂਝੀ ਕੀਤੀ ਹੈ। ਸਭ ਤੋਂ ਪਹਿਲਾਂ ਤੇ ਇਸ ਨੁਕਤੇ ਨੂੰ ਸਮਝਣਾ ਜ਼ਰੂਰੀ ਹੈ ਕਿ ਕੀਰਤਨ ਕਹਿੰਦੇ ਕਿਸ ਨੂੰ। ਕੀਰਤਨ ਲਫ਼ਜ਼ ਦਾ ਜੋ ਅਖਰੀ ਅਰਥ ਹੈ ਉਹ ਹੈ ਕੀਰਤੀ ਤੋਂ ਬਣਿਆ, ਜਿਹਦਾ ਭਾਵ ਹੈ ਸਿਫਤ ਸਲਾਹ। ਸਿਫਤ ਸਲਾਹ ਕਰਨੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ। ਉਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਗਾਇਨ ਕਰਨਾ, ਇਸ ਨੂੰ ਗੁਰਬਾਣੀ ਦੇ ਗੁਰਮਤਿ ਦੇ ਸੰਦਰਭ ਵਿੱਚ ਜੋ ਹੈ ਉਹ ਕੀਰਤਨ ਕਿਹਾ ਜਾਂਦਾ ਹੈ। ਰਿਆਤ ਮਰਿਆਦਾ ਵਿੱਚ ਵੀ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਕੀਰਤਨ ਗੁਰਬਾਣੀ ਦਾ ਰਾਗਾਂ ਵਿੱਚ ਗਾਇਨ ਕਰਨ ਨੂੰ ਕੀਰਤਨ ਆਖਦੇ ਹਨ। ਇਤਿਹਾਸਕ ਪੱਖ ਤੋਂ ਦੇਖੀਏ ਤਾਂ ਕੀਰਤਨ ਦੀ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਨੇ ਆਪ ਕੀਤੀ। ਜਦੋਂ ਕਦੇ ਵੀ ਗੁਰੂ ਪਾਤਸ਼ਾਹ ਨੇ ਬਾਣੀ ਗਾਇਨ ਕਰਨੀ ਹੁੰਦੀ ਸੀ, ਮਰਦਾਨਾ ਉਹਨਾਂ ਦੇ ਨਾਲ ਰਬਾਬ ਦੇ ਉੱਤੇ ਸਾਜ਼ ਵਜਾ ਕੇ ਸਾਥ ਦਿੰਦਾ ਸੀ। ਗੁਰੂ ਸਾਹਿਬ ਰਾਗਬੱਧ ਗਾਇਨ ਕਰਦੇ ਸੀ ਗੁਰਬਾਣੀ। ਇਹ ਮਰਿਆਦਾ ਗੁਰੂ ਘਰ ਦੇ ਵਿੱਚ ਚਲਦੀ ਹੀ ਹੈ। ਭਾਈ ਮਰਦਾਨਾ ਜੀ ਤੋਂ ਬਾਅਦ ਫਿਰ ਉਹਨਾਂ ਦੇ ਅੱਗੋਂ ਬੇਟੇ ਨੇ ਵੀ ਇਹ ਸੇਵਾ ਗੁਰੂ ਘਰ 'ਚ ਨਿਭਾਈ। ਤੇ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਤੱਕ ਕਦੇ ਇਤਿਹਾਸ ਵਿੱਚ ਐਸਾ ਕੋਈ ਜ਼ਿਕਰ ਨਹੀਂ ਮਿਲਿਆ ਕਿ ਬਈ ਕਿਸੇ ਕੀਰਤਨ ਕਰਨ ਵਾਲੇ, ਕੀਰਤਨ ਦੀ ਸੇਵਾ ਨਿਭਾਉਣ ਵਾਲੇ ਬੰਦੇ ਨੇ ਕੋਈ ਪੈਸੇ ਪਿੱਛੇ ਕੋਈ ਗੱਲ ਗੁਰੂ ਸਾਹਿਬ ਨਾਲ ਕੀਤੀ ਹੋਵੇ ਕਿ ਬਈ ਇਸ ਤਰੀਕੇ ਦੀ ਭੇਟਾ ਚਾਹੀਦੀ ਹੈ। ਲੇਕਿਨ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਦੇ ਸਾਖੀ ਸਭ ਨੇ ਆਪ ਜੀ ਨੇ ਸੁਣੀ ਹੋਈ ਹੈ, ਭਾਈ ਸੱਤਾ ਤੇ ਬਲਵੰਡ ਦੀ, ਜੋ ਗੁਰੂ ਘਰ ਦੇ ਉਸ ਵੇਲੇ ਰਬਾਬੀ ਸਨ। ਪਰ ਉਹ ਵੀ ਉਹਦਾ ਕੰਟੈਕਸਟ ਵੀ ਥੋੜਾ ਡਿਫਰੈਂਟ ਹੈ ਕਿ ਉਹਨਾਂ ਦੇ ਘਰ ਬੱਚੀ ਦਾ ਵਿਆਹ ਸੀ। ਉਹਨਾਂ ਨੇ ਗੁਰੂ ਸਾਹਿਬ ਪਾਸੋਂ ਵਿਆਹ ਦੇ ਖਰਚਿਆਂ ਦੇ ਵਾਸਤੇ ਕੁਝ ਮਦਦ ਵਾਸਤੇ ਆਪਣੀ ਮੰਗ ਰੱਖੀ। ਗੁਰੂ ਸਾਹਿਬ ਨੇ ਕਿਹਾ, ਜਿਸ ਤਰ੍ਹਾਂ ਸਾਖੀ ਦੱਸਦੀ ਹੈ ਕਿ ਵੀ ਜੋ ਭੇਟਾ ਆਏਗੀ ਉਹ ਸਾਰੀ ਆਪ ਜੀ ਨੂੰ ਦੇ ਦਿਆਂਗੇ ਤੇ ਤੁਸੀਂ ਉਹਦੇ ਨਾਲ ਆਪਣਾ ਕੰਮ ਚਲਾ ਲੈਣਾ। ਤੇ ਇਤਫਾਕ ਨਾਲ ਜਿਸ ਦਿਨ ਦੀ ਗੱਲ ਹੋਈ ਸੀ ਭੇਟਾ ਦੇਣ ਦੀ, ਉਸ ਦਿਨ ਭੇਟਾ ਬਹੁਤ ਥੋੜੀ ਆ। ਇਸ ਗੱਲ ਤੋਂ ਸੱਤਾ ਤੇ ਬਲਵੰਡ ਔਖੇ ਹੋ ਗਏ, ਨਾਰਾਜ਼ ਹੋ ਗਏ ਤੇ ਉਹਨਾਂ ਨੇ ਕੀਰਤਨ ਕਰਨਾ ਛੱਡ ਦਿੱਤਾ। तो साखी अगे जिवें डिटेल है कि बई फिर रुस के बैठ गए, फिर उन्होंने मनाने का यतन किया गया, वो नहीं मने। गुरु साहब आप उन्होंने मनवान गए तो उन्होंने अगों बड़े माड़े वचन बोले। गुरु नानक पातशाह की इज्जत विच भी उन्होंने कुछ बोल बोले, माड़े वचन बोले कि अगर जो भाई मरदाना ना होंदा तो गुरु नानक जी को किन्ने पूछना सी। इस तरह के वचन सुन के गुरु अर्जन देव जी का हिरदा दुखी होया कि उन्होंने फिर ये संगत नूं हिदायत की कि ऐसे हंकारी बंदियां नूं कोई मुंह ना लाए। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਭਈ ਭਾਈ ਸੱਤਾ ਤੇ ਬਲਵੰਡ ਹੈ ਤਾਂ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਸੀ, ਪਰ ਬਿਰਤੀ ਉਹਨਾਂ ਦੀ ਇਹੋ ਜਿਹੀ ਸੀ ਕਿ ਭਈ ਉਹਨਾਂ ਨੂੰ ਪੈਸਾ ਘੱਟ ਮਿਲਿਆ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਨਿੰਦਾ ਵੀ ਕਰ ਦਿੱਤੀ, ਗੁਰੂ ਨਾਨਕ ਪਾਤਸ਼ਾਹ ਦੇ ਵਿਰੁੱਧ ਵੀ ਵਚਨ ਬੋਲ ਦਿੱਤੇ। ਕੋਈ ਇੱਥੋਂ ਕੋਈ ਥੋੜਾ ਇਹ ਅੰਦਾਜ਼ਾ ਮਿਲਦਾ ਹੈ ਕਿ ਭਈ ਉਹ ਕਿਸ ਹੱਦ ਤੱਕ ਗੁਰਬਾਣੀ ਦੇ ਜੋ ਉਪਦੇਸ਼ ਹਨ ਉਹਨਾਂ ਤੋਂ ਆਪ ਟੁੱਟੇ ਹੋਏ ਸੀ। ਆਇਆ ਦਾ ਪ੍ਰਭਾਵ ਜ਼ਿਆਦਾ ਸੀ ਤੇ ਗੁਰਬਾਣੀ ਦੇ ਉਪਦੇਸ਼ਾਂ ਦਾ ਅਸਰ ਘੱਟ ਸੀ। ਇਹਦਾ ਕੁਝ ਇੱਕ ਕਾਰਨ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਿਥੀ ਚੰਦ ਦੀ ਉਹਨਾਂ ਨੂੰ ਚੁੱਕ ਸੀ ਕਿ ਬਈ ਮੈਂ ਤੁਹਾਡੀ ਮਦਦ ਕਰਾਂਗਾ, ਤੁਸੀਂ ਗੁਰੂ ਘਰ ਨੂੰ ਛੱਡ ਦਿਓ। ਹੈ ਉਹ ਜੋ ਵੀ ਹਾਲਾਤ ਸਨ, ਲੇਕਿਨ ਚਲੋ ਬਾਅਦ ਵਿੱਚ ਉਹਨਾਂ ਨੇ ਮਾਫੀ ਮੰਗੀ, ਕੁਲ ਬਖਸ਼ਾਈ ਤੇ ਸਗੋਂ ਗੁਰੂ ਸਾਹਿਬਾਨ ਦੀ ਸਿਫਤ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਉਚਾਰਨ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਵੀ। और इस घटना तो इलावा गुरु इतिहास के अंदर होर कोई ऐसा जिक्र नहीं मिलता कि कीर्तन करने वाले ने बहुत पैसे लैके कीर्तन करने का कोई रूटीन बनया हो। सगों इस घटना तो बाद गुरु अर्जन पातशाह ने संगतां नूं प्रेरणा की कि सारे जने आप कीर्तन करने का तरीका सीखो। आप गुरु साहब ने साज लैके गुरबाणी का कीर्तन गायन करके लीड किया और सब नूं उत्साह दिता कि आप भी सारे कीर्तन करना सीखो। और आने वाले समय भी गुरु गोबिंद सिंह पातशाह भी खुद
ਕੀਰਤਨ ਕਰਿਆ ਕਰਦੇ ਸੀਗੇ। ਤਾਊਸ ਉਹਨਾਂ ਦਾ ਜਿਹੜਾ ਹੈ ਮਨਪਸੰਦ ਸਾਥ ਸੀ। ਗੁਰੂ ਅਰਜਨ ਪਾਤਸ਼ਾਹ ਖੁਦ ਸਰੰਦਾ ਵਜਾ ਕੇ ਗਾਇਨ ਕਰਦੇ ਸੀ। ਤਾਂ ਗੁਰੂ ਘਰ ਦੇ ਅੰਦਰ ਗੁਰਬਾਣੀ ਦਾ ਕੀਰਤਨ ਪ੍ਰਭੂ ਦੀ ਸਿਫਤ ਸਲਾਹ ਦਾ ਇੱਕ ਢੰਗ ਸੀ। ਅਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਵੀ ਇਹ ਸਮਝਾਇਆ ਕਿ ਗੁਰਬਾਣੀ ਦਾ ਜਸ ਗਾਇਨ ਕਰਨਾ, ਕੀਰਤਨ ਕਰਨਾ, ਇਹ ਆਪਣੀ ਆਤਮਿਕ ਤਰੱਕੀ ਦੇ ਵਾਸਤੇ ਲਾਹੇਵੰਦ ਹੈ। ਇਹ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ। ਪਰ ਹਾਲਾਤ ਬਦਲਦੇ ਗਏ ਗੁਰੂ ਕਾਲ ਤੋਂ ਬਾਅਦ, ਜਦੋਂ ਸਿੱਖਾਂ ਦੇ ਭੀੜ ਦਾ ਸਮਾਂ ਆਇਆ, ਗੁਰਦੁਆਰਿਆਂ ਦੇ ਅੰਦਰ ਦੂਜੇ ਮਤ ਵਾਲੇ ਜਿਹੜੇ ਵਿਚਾਰਧਾਰਾ ਰੱਖਣ ਵਾਲੇ ਸਨ ਉਹਨਾਂ ਦਾ ਕਬਜ਼ਾ ਹੋ ਗਿਆ, ਨਿਰਮਲਿਆਂ ਦਾ ਕਬਜ਼ਾ ਹੋ ਗਿਆ। ਤੇ ਸਮੇਂ ਦੇ ਬਦਲਾਵ ਦੇ ਨਾਲ ਲੋਕਾਂ ਦੇ ਅੰਦਰ, ਆਮ ਸਧਾਰਨ ਜਨਤਾ ਦੇ ਅੰਦਰ ਗੁਰਬਾਣੀ ਦੇ ਗਾਇਨ ਸਿੱਖਣ ਦੀ, ਰਾਗਾਂ ਦੀ ਨੌਲੇਜ ਗ੍ਰਹਿਣ ਕਰਨ ਦੀ ਬਿਰਤੀ ਜਿਹੜੀ ਹੈ ਉਹ ਕੁਝ ਘਟ ਗਈ। ਤੇ ਕੁਝ ਇੱਕ ਬੰਦਿਆਂ ਨੂੰ ਹੀ ਕੇਵਲ ਚੰਗੀ ਤਰ੍ਹਾਂ ਨਾਲ ਗਾਇਨ ਕਰਨ ਦੀ ਜਾਚ ਆਉਂਦੀ ਸੀ। ਤਾਂ ਉੱਥੇ ਫਿਰ ਪ੍ਰੋਫੈਸ਼ਨਲ ਤੌਰ ਦੇ ਉੱਤੇ ਕੁਝ ਲੋਕਾਂ ਵੱਲੋਂ ਇਸ ਤਰੀਕੇ ਦੇ ਨਾਲ ਕੀਰਤਨ ਕਰਨ ਦਾ ਰੁਝਾਨ ਬਣ ਗਿਆ ਕਿ ਜਦੋਂ ਲੋਕੀ ਗੁਰਦੁਆਰਿਆਂ ਦੇ ਵਿੱਚ ਉਚੇਚੇ ਤੌਰ ਤੇ ਐਸੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਪਾਸੋਂ ਹੀ ਕੀਰਤਨ ਕਰਵਾਇਆ ਜਾਂਦਾ ਸੀ। ਤੇ ਉਹਨਾਂ ਦਾ ਕਿਉਂਕਿ ਹੋਰ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਸੀ ਹੁੰਦਾ, ਤੇ ਉਹਨਾਂ ਨੂੰ ਫਿਰ ਉਚਿਤ ਸੇਵਾ ਫਲ ਵੀ ਦਿੱਤਾ ਜਾਂਦਾ ਸੀ। ਇਹ ਕੰਮ ਵੀ ਕਾਫੀ ਹੱਦ ਤੱਕ ਠੀਕ ਠਾਕ ਚੱਲਦਾ ਸੀ। ਤੇ ਕਿਉਂਕਿ ਜਿਸ ਭਾਵਨਾ ਦੇ ਨਾਲ ਉਹ ਲੋਕ ਕੀਰਤਨ ਕਰਦੇ ਸਨ, ਉਹਦੇ ਅੰਦਰ ਲਾਲਚ ਦੀ ਬਿਰਤੀ ਨਹੀਂ ਸੀ ਹੁੰਦੀ। ਉਹ ਕੇਵਲ ਆਪਣੇ ਗੁਜਰਾਨ ਮਾਤਰ ਜਿਹੜੀ ਹੈ ਸੇਵਾ ਫਲ ਦੀ ਆਸ ਰੱਖਦੇ ਸਨ। ਪਰ ਹੁਣ ਸਮੇਂ ਦੇ ਨਾਲ ਮਾਇਆ ਦੀ ਖਿੱਚ ਸਭ ਨੂੰ ਪ੍ਰਭਾਵਿਤ ਕਰਦੀ ਹੈ। ਇਹਨਾਂ ਕੀਰਤਨੀ ਸਿੰਘਾਂ ਦੇ ਵਿੱਚ ਵੀ ਇਹ ਮਾਇਆ ਦੇ ਸਵਾਦਾਂ ਨੂੰ ਮਾਣਨ ਦਾ ਚਾਅ ਜ਼ਿਆਦਾ ਪੈਦਾ ਹੋਣਾ ਸ਼ੁਰੂ ਹੋ ਗਿਆ। ਖਾਸ ਤੌਰ ਤੇ ਜੋ ਪਿਛਲੇ ਕੁਝ ਸਾਲਾਂ ਤੋਂ, ਕੁਝ ਦਹਾਕਿਆਂ ਤੋਂ ਅਸੀਂ ਇਹ ਰੁਝਾਨ ਦੇਖਿਆ ਹੈ ਕਿ ਕੀਰਤਨ ਕਰਨ ਵਾਲਿਆਂ ਦੇ ਮਨਾਂ ਦੇ ਅੰਦਰ ਵੀ ਐਸੀ ਚਾਹਤ ਪੈਦਾ ਹੁੰਦੀ ਹੈ ਕਿ ਉਹ ਵੀ ਐਸ਼ ਪ੍ਰਸਤੀ ਦੀ ਜ਼ਿੰਦਗੀ ਬਿਤਾਉਣ ਦੇ ਕਾਬਲ ਹੋ ਜਾਣ ਤੇ ਵਧੇਰੇ ਧਨ ਦੌਲਤ ਦੇ ਮਾਲਕ ਬਣ ਜਾਣ, ਜ਼ਮੀਨ ਜਾਇਦਾਦ ਦੇ ਮਾਲਕ ਬਣ ਜਾਣ। ਤੇ ਉਹਦੇ ਵਾਸਤੇ ਉਹਨਾਂ ਨੇ ਇਹ ਕੀਰਤਨ ਨੂੰ ਹੀ ਸਾਧਨ ਮੰਨਿਆ ਕਿ ਇਹਦੇ ਰਾਹੀਂ ਉਹ ਜ਼ਿਆਦਾ ਤੋਂ ਜ਼ਿਆਦਾ ਧਨ ਕਮਾ ਸਕਦੇ ਹਨ। ਇਹਦੇ ਵਿੱਚ ਇੱਕ ਰੁਝਾਨ ਜਿਹਦੇ ਵਿੱਚ ਵਾਧਾ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਗਾਇਕੀ ਜਿਹੜੀ ਹੈ ਉਹ ਨਿਰੋਲ ਗੁਰਬਾਣੀ ਵਾਸਤੇ ਹੀ ਨਹੀਂ ਵਰਤੀ ਜਾਂਦੀ, ਇਹ ਹੋਰ ਤਰੀਕੇ ਦੇ ਮਨ ਪਰਚਾਵੇ ਦੇ ਗਾਣੇ ਗਾਉਣ ਵਾਸਤੇ ਵੀ ਵਰਤੀ ਜਾਂਦੀ। ਜਿਵੇਂ ਆਪ ਸਾਰੇ ਜਾਣਦੇ ਹੀ ਹੋ ਕਿ ਐਂਟਰਟੇਨਮੈਂਟ ਇੰਡਸਟਰੀ, ਫਿਲਮ ਇੰਡਸਟਰੀ ਦੇ ਅੰਦਰ ਗਾਇਕਾਂ ਦਾ ਬਹੁਤ ਬੋਲਬਾਲਾ ਹੈ ਤੇ ਉਹਨਾਂ ਨੂੰ ਗਾਣੇ ਗਾਉਣ ਦੇ ਬਹੁਤ ਜ਼ਿਆਦਾ ਚੰਗੇ ਪੈਸੇ ਮਿਲਦੇ। ਹੁਣ ਗਾਇਕੀ ਦੀ ਕਲਾ ਤੇ ਉਹਨਾਂ ਗਾਇਕਾਂ ਦੇ ਕੋਲ ਵੀ ਉਹੀ ਹੈ ਤੇ ਕੀਰਤਨੀਆਂ ਕੋਲ ਵੀ ਉਹੀ ਹੈ। ਤੇ ਇਹਨਾਂ ਦੇ ਮਨਾਂ ਦੇ ਅੰਦਰ ਵੀ ਫਿਰ ਇਹ ਇੱਕ ਤਰੀਕੇ ਦਾ ਈਰਖਾ ਕਹਿ ਲਓ ਜਾਂ ਲਾਲਚ ਦੀ ਭਾਵਨਾ ਕਹਿ ਲਓ, ਰੀਸ ਦੀ ਭਾਵਨਾ ਆ ਗਈ ਕਿ ਸਾਨੂੰ ਵੀ ਧਨ ਪਦਾਰਥ ਜ਼ਿਆਦਾ ਮਿਲੇ। ਤਾਂ ਉਹਨਾਂ ਦੇ ਮਨਾਂ ਵਿੱਚ ਵੀ ਇਹ ਹੋਣਾ ਸ਼ੁਰੂ ਹੋ ਗਿਆ ਕਿ ਜੀ ਸਾਨੂੰ ਪੈਸੇ ਚੰਗੇ ਮਿਲਣੇ ਚਾਹੀਦੇ ਹਨ। ਤਾਂ ਇਹ ਇਸ ਗੱਲ ਦਾ ਖਿਆਲ ਕੀਤੇ ਬਗੈਰ ਕਿ ਗਾਣਾ ਗਾਣਾ ਆਪਣੇ ਆਪ ਵਿੱਚ ਇੱਕ ਮਨ ਪਰਚਾਵੇ ਦਾ ਸਾਧਨ, ਗੁਰਬਾਣੀ ਦਾ ਕੀਰਤਨ ਕਰਨਾ ਇਹ ਆਤਮਿਕ ਉੱਚਤਾ ਵਾਸਤੇ, ਆਤਮਾ ਦੀ ਤਰੱਕੀ ਦੇ ਵਾਸਤੇ ਇੱਕ ਸਾਧਨ ਹੈ। ਇਹ ਉਹਨੂੰ ਉਸ ਪੱਧਰ ਤੱਕ ਥੱਲੇ ਖਿੱਚਣਾ ਕਿਸੇ ਤਰੀਕੇ ਵੀ ਜਾਇਜ਼ ਨਹੀਂ ਹੈ। ਪਰ ਮਾਇਆ ਦੇ ਪ੍ਰਭਾਵ ਦੇ ਅਧੀਨ ਫਿਰ ਇਹ ਸੋਚ ਜਿਹੜੀ ਹੈ ਉਹ ਬੰਦੇ ਨੂੰ ਭਟਕਾ ਦਿੰਦੀ ਹੈ ਕਿ ਜਿਵੇਂ ਸੱਤਾ ਬਲਵੰਡ ਆਪਣੀ ਜ਼ਰੂਰਤਾਂ ਦੇ ਪ੍ਰਭਾਵ ਦੇ ਅਧੀਨ, ਆਪਣੇ ਮਾਇਆ ਦੀ ਜੋੜਾਂ ਦੇ ਅਧੀਨ ਪੁਰਾਏ ਪੈ ਗਏ ਤੇ ਗੁਰੂ ਸਾਹਿਬ ਦੇ ਨਾਲ ਉਹਨਾਂ ਨੇ ਨਾਰਾਜ਼ਗੀ ਸੇਰ ਲਈ। ਤਾਂ ਇਸ ਤਰੀਕੇ ਦੇ ਨਾਲ ਜਿਵੇਂ ਅੱਜ ਕੱਲ੍ਹ ਦੇ ਰਾਗੀ ਸਿੰਘ ਹਨ, ਕੀਰਤਨੀ ਹਨ, ਉਹ ਵੀ ਮਾਇਆ ਦੇ ਪਦਾਰਥਾਂ ਦੀ ਦੌੜ ਦੇ ਅੰਦਰ ਉਹਨਾਂ ਦੇ ਮਨਾਂ ਵਿੱਚ ਵੀ ਇਹ ਹੋ ਗਿਆ ਕਿ ਅਸੀਂ ਵੀ ਪੈਸਾ ਇਸ ਸਾਧਨ ਦੇ ਰਾਹੀਂ ਵੱਧ ਤੋਂ ਵੱਧ ਕਮਾਈਏ। ਤਾਂ ਐਸੇ ਵੀ ਇੰਸੀਡੈਂਟ ਸੁਣਨ ਨੂੰ ਮਿਲਦੇ ਹਨ ਕਿ ਇੱਕ ਰਾਗੀ ਸਿੰਘ ਜਿਨ੍ਹਾਂ ਨੇ ਪ੍ਰੋਗਰਾਮ ਦੇ ਜੋ ਭੇਟਾ ਉਹਨਾਂ ਨੇ ਫਿਕਸ ਕੀਤੀ ਹੋਈ ਸੀ, ਹੁਣ ਸੌਦੇ ਹੁੰਦੇ ਹਨ ਕਿ ਵੀ ਇੰਨੀ ਭੇਟਾ ਲਵਾਂਗੇ ਤਾਂ ਕੀਰਤਨ ਕਰਾਂਗੇ। ਜਿਹੜੇ ਗੁਰਦੁਆਰੇ ਜਾਂ ਜਿਹੜੀ ਸੰਗਤਾਂ ਪੂਰੀ ਭੇਟਾ ਨਹੀਂ ਦੇ ਸਕਦੇ, ਉਹਨਾਂ ਨੂੰ ਇਹ ਫਿਰ ਜੋ ਪਪੂਲਰ ਰਾਗੀ ਨੇ ਉਹ ਉੱਥੇ ਕੀਰਤਨ ਕਰਨ ਹੀ ਨਹੀਂ ਜਾਂਦੇ। ਤਾਂ ਇੱਕ ਇੰਸੀਡੈਂਟ ਐਸਾ ਵੀ ਸੁਣਨ ਨੂੰ ਆਇਆ ਕਿ ਇੱਕ ਪਪੂਲਰ ਰਾਗੀ ਜਿਨ੍ਹਾਂ ਨੇ ਪਹਿਲਾਂ ਚੰਗੀ ਅੱਛੀ ਤਗੜੀ ਰਕਮ ਫਿਕਸ ਕੀਤੀ ਹੋਈ ਸੀ, ਉਹ ਉਹਨਾਂ ਨੂੰ ਮਿਲ ਵੀ ਗਈ, ਪਰ
ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਜੇ ਇਸ ਦੀਵਾਨ ਦੀ ਸਮਾਪਤੀ ਹੈ, ਆਪ ਦਾ ਪ੍ਰੋਗਰਾਮ ਅਖੀਰਲਾ ਹੈ ਤੇ ਆਪ ਜੀ ਆਨੰਦ ਸਾਹਿਬ ਦਾ ਵੀ ਕੀਰਤਨ ਗਾਇਨ ਕਰ ਦਿਓ। ਤੇ ਉਹਨਾਂ ਨੇ ਆਨੰਦ ਸਾਹਿਬ ਦੀ 6 ਪੌੜੀਆਂ ਗਾਇਨ ਕਰਨ ਦੇ ਵਾਧੂ ਪੈਸੇ ਮੰਗ ਲਏ ਕਿ ਜੀ ਇਹ ਤੇ ਸਾਡੇ ਐਗਰੀਮੈਂਟ 'ਚ ਨਹੀਂ ਸੀਗਾ, ਅਸੀਂ ਜਿੰਨੇ ਪੈਸੇ ਲਏ ਨੇ ਉਹ ਕੀਰਤਨ ਦੇ ਸੀਗੇ, ਜੇ ਆਨੰਦ ਸਾਹਿਬ ਸਾਡੇ ਤੋਂ ਪੜਵਾਉਣਾ ਹੈ ਤੇ ਤੁਹਾਨੂੰ 2000 ਰੁਪਏ ਹੋਰ ਵਾਧੂ ਦੇਣੇ ਪੈਣ। ਇਸੇ ਤਰੀਕੇ ਨਾਲ ਇੱਕ ਹੋਰ ਰਾਗੀ ਦੀ ਗੱਲ ਸੁਣਨੀ ਚਾਹੀ ਕਿ ਉਹਨਾਂ ਦਾ 40,000 ਦੇ ਉੱਤੇ ਫਿਕਸ ਹੋਇਆ ਸੀ ਪ੍ਰੋਗਰਾਮ, ਤੇ ਪ੍ਰਬੰਧਕਾਂ ਨੇ ਕਿਹਾ ਜੀ ਸਾਡੀ ਜਿਹੜਾ ਕਲੈਕਸ਼ਨ ਘੱਟ ਹੋਈ ਹੈ, 30,000 ਅਸੀਂ ਤੁਹਾਨੂੰ ਸੇਵਾ ਕਰ ਸਕਦੇ ਹਾਂ, ਤੇ ਤੁਹਾਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਇੰਨੀ ਮਾਇਆ ਕਰ ਲਵੋ। ਤੇ ਰਾਗੀ ਸਿੰਘ ਨੇ ਪੌਣੇ ਘੰਟੇ ਬਾਅਦ ਵਾਜਾ ਬੰਦ ਕਰਤਾ ਜੀ ਕਿ ਜਿੰਨੀ ਭੇਟਾ ਆਈ ਸੀ ਅਸੀਂ ਉਹਨਾਂ ਕੀਰਤਨ ਕਰਤਾ ਤੇ ਸਾਡੀ ਇੱਥੇ ਡਿਊਟੀ ਖਤਮ ਹੈ। ਤੇ ਇਸ ਤਰੀਕੇ ਦਾ ਜਿਹੜਾ ਵਪਾਰ ਦਾ ਸਾਧਨ ਤੇ ਇਹਨੂੰ ਇੱਕ ਆਬਜੈਕਟ ਕਮੋਡਿਟੀ ਬਣਾ ਦੇਣਾ, ਕੀਰਤਨ ਜਿਹੜੀ ਵਿਕਾਊ ਵੇਚਣ ਔਰ ਗੁਰਬਾਣੀ ਨੂੰ ਵੇਚਣ ਦੇ ਕੰਮ ਕਰਨਾ, ਇਹ ਆਪਣੇ ਆਪ ਵਿੱਚ ਬਹੁਤ ਹੀ ਮਾੜਾ ਰੁਝਾਨ ਹੈ ਜੋ ਕਿਸੇ ਤਰੀਕੇ ਵੀ ਕੀਰਤਨ ਦੇ ਨਾਲ ਜੁੜਦਾ ਨਹੀਂ ਹੈ। ਹਾਲਾਂਕਿ ਐਸੇ ਬਥੇਰੇ ਪ੍ਰੋਫੈਸ਼ਨਲ ਕੀਰਤਨੀ ਜਥੇ ਹਨ ਜਿਹੜੇ ਸਬਰ ਸੰਤੋਖ ਵਿੱਚ ਰਹਿ ਕੇ ਵੀ ਕੀਰਤਨ ਕਰਦੇ ਹਨ, ਅਤੇ ਕਈ ਵਾਰੀ ਉਹ ਆਪਣੇ ਜੋ ਉਹਨਾਂ ਦਾ ਪ੍ਰਚਲਿਤ ਰੇਟ ਹੁੰਦਾ ਹੈ ਉਹਦੇ ਤੋਂ ਘੱਟ ਭੇਟਾ ਲੈ ਕੇ ਵੀ ਕੀਰਤਨ ਦੀ ਸੇਵਾ ਨਿਭਾ ਦਿੰਦੇ ਹਨ। ਐਸੇ ਵੀ ਕੁਝ ਜਥਿਆਂ ਦਾ ਸਾਨੂੰ ਇੰਸੀਡੈਂਟ ਸੁਣਨ ਨੂੰ ਮਿਲੇ ਹਨ ਕਿ ਉਹ ਛੋਟੇ ਗੁਰਦੁਆਰੇ ਕਿਸੇ ਪਿੰਡ ਦੇ ਗੁਰਦੁਆਰੇ 'ਚ ਗਏ ਜਿੱਥੇ ਸੰਗਤ ਬਹੁਤ ਥੋੜੀ ਸੀ, ਉਹਨਾਂ ਨੂੰ ਜੋ ਭੇਟਾ ਵੀ ਮਿਲੀ ਬਹੁਤ ਮਾਮੂਲੀ ਜਿਹੀ ਮਿਲੀ, ਜਿੰਨਾ ਉਹਨਾਂ ਦਾ ਆਉਣ ਜਾਣ ਦਾ ਖਰਚਾ ਸੀ ਉਹਨਾਂ ਵੀ ਪੂਰਾ ਨਹੀਂ ਹੋਇਆ, ਪਰ ਉਹ ਫਿਰ ਵੀ ਸਬਰ ਸ਼ੁਕਰ ਵਿੱਚ ਰਹੇ ਕਿ ਉਹਨਾਂ ਨੇ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ। ਐਸੇ ਜਿਹੜੇ ਜਥੇ ਹਨ ਜਿਹੜੇ ਸਬਰ ਵਿੱਚ ਰਹਿ ਕੇ ਤੇ ਗੁਰਬਾਣੀ ਦੀ ਸੇਵਾ ਕਰਦੇ ਹਨ, ਉਹ ਪ੍ਰੋਫੈਸ਼ਨਲ ਹੁੰਦਿਆਂ ਹੋਇਆਂ ਵੀ ਗੁਰਬਾਣੀ ਦੇ ਸਿਧਾਂਤਾਂ ਤੋਂ ਉਲਟ ਕੰਮ ਨਹੀਂ ਕਰਦੇ। तो ऐसे बंदियां ਦਾ ਨੂੰ ਐਪਰੀਸ਼ੀਏਟ ਕਰਨਾ ਬੰਦਾ ਹੈ। ਔਰ ਜਿਹੜੇ ਪਹਿਲੇ ਇੱਕ ਦੋ ਇਨਸੀਡੈਂਟ ਮੈਂ ਆਪ ਜੀ ਨਾਲ ਸਾਂਝੇ ਕੀਤੇ ਹਨ, ਜਿਨ੍ਹਾਂ ਨੇ ਗੁਰਬਾਣੀ ਨੂੰ ਇੱਕ ਕਮੋਡਿਟੀ ਤਰੀਕੇ ਨਾਲ ਵਿਕਾਊ ਵਸਤੂ ਸਮਝ ਕੇ ਸੌਦੇਬਾਜ਼ੀ ਦੇ ਲੈਵਲ ਤੱਕ ਥੱਲੇ ਖਿੱਚ ਦਿੱਤਾ ਹੈ, ਉਹਨਾਂ ਦਾ ਜੋ ਹੈ ਤਰੀਕਾ ਹਰ ਤਰੀਕੇ ਦੇ ਨਾਲ ਉਸ ਨੂੰ ਨਿੰਦਣਾ ਬਣਦਾ ਹੈ, ਕਿਸੇ ਤਰੀਕੇ ਵੀ ਜਾਇਜ਼ ਨਹੀਂ ਹੈ। तो प्रोफेशनल रागी ਅੱਜ ਦੇ ਸਮੇਂ ਦੀ ਇੱਕ ਤਰੀਕੇ ਦੇ ਨਾਲ ਇੱਕ ਪ੍ਰੈਕਟੀਕਲ ਜ਼ਰੂਰਤ ਵੀ ਬਣੀ ਹੋਈ ਹੈ, ਕਿਉਂਕਿ ਗੁਰਦੁਆਰਿਆਂ ਦੀ ਗਿਣਤੀ ਬਹੁਤ ਵੱਧ ਹੈ, ਗੁਰਦੁਆਰਾ ਕੀਰਤਨ ਕਰਵਾਉਣ ਦੀ ਰਿਕੁਆਇਰਮੈਂਟ ਬੜੀ ਹੈ, ਡਿਮਾਂਡ ਬੜੀ ਹੈ ਕਿ ਸਾਰਿਆਂ ਨੂੰ ਕੀਰਤਨ ਕਰਨਾ ਆਉਂਦਾ ਨਹੀਂ। तो ਇਸ ਲਈ ਇਹ ਲੋਕੀ ਇੱਕ ਜ਼ਰੂਰਤ ਨੂੰ ਪੂਰਾ ਤਾਂ ਕਰ ਰਹੇ ਹਨ, ਪਰ ਜਿਸ ਤਰੀਕੇ ਦੇ ਰਾਗੀ ਸਿੰਘ ਜਿਹੜੇ ਸਬਰ ਸੰਤੋਖ ਵਿੱਚ ਰਹਿ ਕੇ ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰ ਲੈਂਦੇ ਹਨ, ਔਰ ਜਿੱਥੇ ਨਹੀਂ ਜ਼ਰੂਰਤ ਜਿੱਥੇ ਨਹੀਂ ਪੋਸੀਬਲ ਹੈ ਉੱਥੇ ਘੱਟ ਭੇਟਾਂ ਤੇ ਵੀ ਸੇਵਾ ਕਰ ਦਿੰਦੇ ਹਨ। ਇਸ ਤਰੀਕੇ ਦੇ ਜਥੇ ਮੁਬਾਰਕ ਹਨ ਜਿਹੜੇ ਮੁਬਾਰਕ ਬਿਰਤੀ ਦੇ ਨਾਲ ਕੰਮ ਕਰਦੇ ਹਨ, ਉਹਨਾਂ ਤੋਂ ਸੰਗਤਾਂ ਨੂੰ ਵੀ ਬਚ ਕੇ ਰਹਿਣ ਦੀ ਜ਼ਰੂਰਤ ਹੈ। ਤੋ ਜਿੱਥੇ ਤੱਕ ਗੱਲ ਹੈ ਕਿ ਭਈ ਜਿਹੜੇ ਮੋਟੀ ਭੇਟਾਂ ਮੰਗਦੇ ਹਨ, ਜਿਹੜੇ ਵਪਾਰੀ ਬਿਰਤੀ ਨਾਲ ਕੀਰਤਨ ਕਰਦੇ ਹਨ, ਕਿ ਉਹਨਾਂ ਦੇ ਪ੍ਰਚਾਰ ਦਾ ਅਸਰ ਹੁੰਦਾ ਹੈ, ਉਹ ਇਹਦਾ ਜਵਾਬ ਇਹ ਹੈ ਵੀ ਅਸਰ ਤਾਂ ਹੁੰਦਾ ਹੈ, ਸਵਾਲ ਇਹ ਹੈ ਕਿ ਚੰਗਾ ਹੁੰਦਾ ਹੈ ਕਿ ਮਾੜਾ ਹੁੰਦਾ ਹੈ। तो ਜਿਹੜੇ ਸਬਰ ਸੰਤੋਖ ਵਾਲੇ ਹਨ ਉਹਨਾਂ ਦੇ ਪ੍ਰਚਾਰ ਦਾ ਅਸਰ ਵੀ ਚੰਗਾ ਹੁੰਦਾ ਹੈ, ਤੇ ਜਿਹੜੇ ਲਾਲਚੀ ਔਰ ਵਪਾਰੀ ਬਿਰਤੀ ਵਾਲੇ ਬੰਦੇ ਹਨ ਉਹਨਾਂ ਦਾ ਅਸਰ ਵੀ ਮਾੜਾ ਹੁੰਦਾ ਹੈ। ਉਹਨਾਂ ਤੋਂ ਦੇਖ ਕੇ ਹੋਰ ਵੀ ਕਈ ਭੈੜੇ ਔਰ ਲਾਲਚੀ ਸੁਭਾਅ ਦੇ ਬੰਦੇ ਬਣ ਜਾਂਦੇ ਹਨ। तो ਅਸਰ ਤਾਂ ਸਭ ਦਾ ਹੁੰਦਾ ਹੈ, ਚੰਗਾ ਜਾਂ ਮਾੜਾ ਇਹ ਉਹਨਾਂ ਦੇ ਆਪਣੇ ਬਿਹੇਵੀਅਰ ਦੇ ਉੱਤੇ ਡਿਪੈਂਡ ਕਰਦਾ। ਤੇ ਜਿਹੜੇ ਸ਼ੁਕਰਾਨੇ 'ਚ ਰਹਿੰਦੇ ਹਨ, ਸਬਰ 'ਚ ਰਹਿੰਦੇ ਹਨ, ਉਹਨਾਂ ਦੇ ਪ੍ਰਚਾਰ ਦਾ ਅਸਰ ਚੰਗਾ ਹੁੰਦਾ ਹੈ। ਜਿਹੜੇ ਲਾਲਚੀ ਬਿਰਤੀ ਨਾਲ ਵਿਚਰਦੇ ਹਨ ਉਹਨਾਂ ਦਾ ਮਾੜਾ ਅਸਰ ਨਹੀਂ ਹੁੰਦਾ। तो इतनी बेनती प्रवान करने की वाहिगुरु जी का खालसा वाहिगुरु जी। ਵਾਹਿਗੁਰੂ ਵੀਰ ਜੀ ਜਿਹੜੀ ਅਖੀਰਲੀ ਗੱਲ ਕਹੀ ਨਾ ਸੰਗਤ ਜੀ, ਵੀ ਅਸਰ ਤੇ ਹੁੰਦਾ ਹੈ, ਪਰ ਜਿਹੋ ਜਿਹੀ ਬਿਰਤੀ ਉਹ ਜਿਹਾ ਅਸਰ ਹੁੰਦਾ ਹੈ। ਬਿਲਕੁਲ ਠੀਕ ਹੈ, ਗੁਰਬਾਣੀ 'ਚ ਵੀ ਆਉਂਦਾ ਕਿ ਪਹਿਲੇ ਮਨ ਪ੍ਰਬੋਧੇ ਆਪਣਾ, ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛਿਆ ਵਰਜਾ। ਜਿਹੜਾ ਮਨੁੱਖ ਗੁਰੂ ਨਾਲ ਜੁੜਿਆ ਉਹਦੇ ਬਚਨ ਤੇ ਤੁਹਾਨੂੰ ਗੁਰੂ ਨਾਲ ਜੋੜਨਗੇ, ਪਰ ਜਿਹੜਾ ਆਪ ਮਾਇਆ ਨਾਲ ਜੁੜਿਆ ਉਹਦੇ ਬਚਨ ਤੁਹਾਨੂੰ ਗੁਰੂ ਨਾਲ ਕਿਵੇਂ ਜੋੜ ਸਕਦੇ ਨੇ। ਤੋ ਇਸ ਤਰ੍ਹਾਂ ਦੀ ਲਾਲਚੀ ਬਿਰਤੀ ਰੱਖਣ ਵਾਲੇ ਜਿਹੜੇ ਪ੍ਰਚਾਰਕ ਨੇ, ਉਹਨਾਂ ਦੇ ਪ੍ਰਚਾਰ ਦਾ ਅਸਰ ਬਿਲਕੁਲ ਮਤਲਬ ਯਕੀਨਨ ਕਹਿਣਾ ਜੋ ਮੇਰਾ ਮਨ ਮੰਨਦਾ ਬਿਲਕੁਲ ਨਹੀਂ ਹੋਏਗਾ। ਉਹਦਾ ਕਾਰਨ ਇਹ ਹੈ ਕਿ ਜਿਹਦੇ ਕੋਲ ਕੁਝ ਹੈ ਉਹੀ ਕੁਝ ਵੰਡ ਸਕਦਾ ਨਾ, ਤੇ ਜੇ ਉਹਦੇ ਅੰਦਰ ਆਪਣੀ ਤਾਮਸੀ ਬਿਰਤੀ ਹੈ ਕਿ ਮੇਰੇ ਕੋਲ ਮਾਇਆ ਹੋਰ ਚਾਹੀਦੀ ਹੈ, ਤੇ ਉਹ ਬਿਰਤੀ ਵੰਡ ਸਕਦਾ ਹੈ। ਉਹਦੇ ਕੋਲ ਸ਼ਾਂਤੀ ਜਾਂ ਗੁਰਬਾਣੀ ਦੀ ਕੋਈ ਅਸਰ ਮਤਲਬ ਕਬੂਲਣਾ ਮੈਨੂੰ ਲੱਗਦਾ ਨਹੀਂਗਾ। ਆਈ ਮੇ ਬੀ ਰੌਂਗ। ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਕਿ ਇਹ ਸਾਰਾ ਕਿਉਂ ਹੋ ਰਿਹਾ ਹੈ। ਸਿੱਖ ਮਤ ਵਿੱਚ ਪ੍ਰੀਸਟ ਕਲਾਸ ਨਹੀਂ ਹੈ, ਗੁਰੂ ਸਾਹਿਬ ਨੇ ਕੋਈ ਪ੍ਰੀਸਟ ਕਲਾਸ ਨਹੀਂ ਬਣਾਈ, ਪਰ ਅੱਜ ਕੀ ਹੋ ਗਿਆ ਵੀ ਕੀਰਤਨ ਕਰਨ ਵਾਲੇ ਫਿਕਸ ਨੇ, ਈਵਨ ਅਰਦਾਸ ਕਰਨ ਵਾਲੇ ਫਿਕਸ ਨੇ।
ਤੇ ਜਿਸ ਕਰਕੇ ਪ੍ਰੀਸਟ ਕਲਾਸ ਕ੍ਰੀਏਟ ਹੋ ਗਈ ਹੈ। ਇਹ ਇੱਕ ਸਾਡੀ ਕੌਮ ਲਈ ਧਾਰਮਿਕ ਪੱਖ ਦੇ ਇੱਕ ਬੜਾ ਵੱਡਾ ਚੈਲੰਜ ਹੈ। ਤੋ ਗੁਰੂ ਸਾਹਿਬ ਨੇ ਤਾਂ ਆਪ ਕੀਰਤਨ ਕੀਤਾ, ਆਪ ਵਿਖਿਆਨ ਕਰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਜਾਂਦੇ ਉੱਥੇ ਸੰਗਤਾਂ ਜੋੜਦੇ, ਕਿਉਂਕਿ ਨਾਲ ਮਤਲਬ ਕਿ ਇਹੋ ਜਿਹਾ ਕਿਸੇ ਪ੍ਰੋਫੈਸ਼ਨਲ ਨਹੀਂ ਛੱਡ ਕੇ ਜਾਂਦੇ, ਤੋ ਆਪ ਕਰਦੇ ਸਨ। ਸਾਰੇ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਕੀਤਾ। ਤੋ ਔਰ ਬਿਲਕੁਲ ਜਿਵੇਂ ਵੀਰ ਜੀ ਨੇ ਦੱਸਿਆ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਸਿੱਖਾਂ ਨੂੰ ਕਿਹਾ ਵੀ ਤੁਸੀਂ ਆਪ ਕੀਰਤਨ ਕਰੋ। ਔਰ ਅੱਜ ਵੀ ਬਹੁਤ ਸਾਰੇ ਸਾਡੀ ਕੌਮ ਦੇ ਮਤਲਬ ਜਿਹੜੇ ਸਾਡੇ ਭੈਣਾਂ ਭਰਾ ਨੇ ਉਹ ਕੀਰਤਨ ਕਰਦੇ ਨੇ। ਔਰ ਮੈਨੂੰ ਲੱਗਦਾ ਕਿ ਜਿਹੜੇ ਨਿਸ਼ਕਾਮ ਕੀਰਤਨ ਕਰਦੇ ਨੇ, ਜਿਹੜੇ ਲੋਕ ਮਾਇਆ ਨਹੀਂ ਲੈਂਦੇ, ਉਹ ਜਿਸ ਤਰ੍ਹਾਂ ਕੀਰਤਨ ਕਰਦੇ ਨੇ ਉਸ ਮਨ ਜੁੜਦਾ ਵੀ ਜ਼ਿਆਦਾ। ਤੋ ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਬਿਰਤੀ ਉਹਦੀ ਕੀ ਹੈ। ਤੋ ਆਪਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਉਹਦਾ ਇੱਕ ਕਾਰਨ ਕੀ ਹੈ? ਇਹ ਲਾਲਚ ਤੇ ਉਹਨਾਂ ਨੇ ਕਰ ਲਿਆ, ਜਥਿਆਂ ਨੇ ਪ੍ਰਚਾਰ ਕਰੇ, ਪਰ ਲਾਲਚ ਪਿੱਛੇ ਇੱਕ ਭਾਵਨਾ ਜਿਹੜੀ ਹੈ ਉਹਦੇ ਲਈ ਸੰਗਤ ਵੀ ਜ਼ਿੰਮੇਵਾਰ। ਉਹ ਇਹ ਹੈ ਕਿ ਅਸੀਂ ਮਨ 'ਚ ਧਾਰਨਾ ਕਰ ਲਈ, ਬਹੁਤ ਸਾਰੇ ਸਾਡੇ ਵਿੱਚੋਂ ਜਿਹੜੇ ਕਹਿੰਦੇ ਫਲਾਣਾ ਹੀ ਕੀਰਤਨੀ ਅਸੀਂ ਲਿਆਉਣਾ। ਔਰ ਦਿੱਲੀ ਦੇ ਇੱਕ ਐਸੇ ਕੀਰਤਨੀ ਨੇ ਜਿਨ੍ਹਾਂ ਨੂੰ ਮੈਂ ਸੁਣਿਆ ਵੀ ਕਹਿੰਦੇ ਨੇ ਜੀ ਤੁਹਾਡੇ ਕੋਲ ਜਦ ਸਮਾਂ ਅਸੀਂ ਬਰਥਡੇ ਉਸ ਮਹੀਨੇ ਮਨਾ ਲਾਂਗੇ, ਵੀ ਜੇ ਬੱਚੇ ਦਾ ਬਰਥਡੇ ਮਨਾਉਣਾ ਅੱਜ ਇਸ ਮਹੀਨੇ 'ਚ, ਤਾਂ ਕਹਿੰਦੇ ਤੁਹਾਡੇ ਕੋਲ 2 ਮਹੀਨੇ ਸਮਾਂ ਨਹੀਂ, ਕਰਾਉਣਾ ਤੁਹਾਡੇ ਕੋਲ ਹੈ। ਹੁਣ ਇੱਥੋਂ ਕਿਹੜੀ ਗੱਲ ਸਾਹਮਣੇ ਆਉਂਦੀ ਹੈ ਵੀ ਅਸੀਂ ਵਿਅਕਤੀ ਨਾਲ ਜੁੜੇ ਹਾਂ ਕਿ ਗੁਰਬਾਣੀ ਨਾਲ ਜੁੜੇ। ਤੋ ਆਓ ਗੁਰਬਾਣੀ ਨਾਲ ਜੁੜੀਏ। ਗੁਰਬਾਣੀ ਕੋਈ ਵੀ ਵਿਖਿਆਨ ਕਰੇ, ਅਸੀਂ ਗੁਰਬਾਣੀ ਦੇ ਅਸਰ ਨੂੰ ਸਮਝਣਾ ਹੈ, ਉਹਦੇ ਮਤਲਬ ਨੂੰ ਸਮਝ ਕੇ ਆਪਣੀ ਜੀਵਨ ਉੱਚਾ ਕਰਨਾ, ਨਾ ਕਿ ਉਹਨਾਂ ਦੀਆਂ ਧਾਰਨਾ ਸੁਣ ਕੇ ਅਸੀਂ ਉਹ ਕੰਨ ਰਸ ਹੈ। ਤੋ ਕੰਨ ਰਸ ਪਿੱਛੇ ਸੰਗਤ ਜੀ ਆਪਾਂ ਨਾ ਜਾਈਏ, ਅਸੀਂ ਜਾਈਏ ਜੋ ਆਤਮਿਕ ਰਸ ਉਹਦੇ ਪਿੱਛੇ। ਪਰ ਤੁਹਾਡੇ ਸਾਹਮਣੇ ਦੇਖਣ ਚਾਹੁੰਦਾ ਏਡੇ ਵੱਡੇ ਕੀਰਤਨ ਦਰਬਾਰ, ਏਡੇ ਵੱਡੇ ਹੋਰ ਮਤਲਬ ਪ੍ਰੋਗਰਾਮ ਹੁੰਦੇ ਨੇ, ਤੇ ਫਿਰ ਵੀ ਮੇਰੀ ਕੌਮ ਦੇ ਨੌਜਵਾਨ ਅੱਜ ਨਸ਼ਿਆਂ ਦੀ ਗ੍ਰਿਫਤ 'ਚ ਨੇ। ਔਰ ਜਿੱਥੋਂ ਤੱਕ ਆਪਾਂ ਦੇਖਦੇ ਹਾਂ, ਜਿਹੜੀ ਚੀਜ਼ ਸਾਹਮਣੇ ਪ੍ਰਤੱਖ ਦਿਸਦੀ ਹੈ ਵੀ ਕਿਵੇਂ ਰੋਮਾਂ ਦੀ ਬੇਦੀ ਪਰਸੈਂਟੇਜ ਕਿੰਨੀ ਜ਼ਿਆਦਾ ਵੱਧ ਗਈ, ਤੇ ਇੰਨੇ ਜ਼ਿਆਦਾ ਕੀਰਤਨ ਦਰਬਾਰ ਹੋ ਰਹੇ ਨੇ, ਉਨੀ ਜ਼ਿਆਦਾ ਇਹ ਜਿਹੜੀ ਹੈ ਅਵਗਿਆ ਹੋ ਰਹੀ ਹੈ। ਇਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਸੀਂ ਸਭ ਕੁਝ ਫਾਰਮੈਲਿਟੀ ਸੇ ਕਰ ਰਹੇ। ਬਈ ਮਾਇਆ ਇਕੱਠੀ ਕੀਤੀ, ਸੰਗਤ ਮਾਇਆ ਤੇ ਸੰਗਤ ਹੀ ਹੈ। ਤੋ ਲਾਓ ਵੱਡੇ ਸ਼ਮਾਨੇ, ਵੱਡੇ ਲੰਗਰ ਲਾਓ, ਕਰੀ ਜਾਓ। ਜੋ ਕੌਮ ਲਈ ਕੰਮ ਕਰਨਾ ਹੈ ਉਹਦੇ ਬਾਰੇ ਸਿਰ ਜੋੜ ਕੇ ਸੋਚਣ ਦੀ ਲੋੜ ਹੈ। ਜੇਕਰ ਅਸੀਂ ਇਹਨਾਂ ਬਾਰੇ ਚੂਜ਼ੀ ਨਾ ਹੋਈਏ ਕਿ ਇਹੀ ਕਰੇ ਕੀਰਤਨ, ਤੇ ਸ਼ਾਇਦ ਇਹ ਵੀ ਠੱਲ ਪੈ ਸਕਦੀ ਹੈ ਜਿਹੜੇ ਮੂੰਹ ਮੰਗੀਆਂ ਭੇਟਾਵਾਂ ਮੰਗਦੇ ਨੇ। ਤੋ ਆਸ ਹੈ ਸੰਗਤ ਜੀ ਆਪ ਸਾਰੇ ਮਤਲਬ ਅਭੀ ਸਭ ਕੁਝ ਜਾਣਦੇ ਹੋ, ਇਹਨਾਂ ਗੱਲਾਂ ਨੂੰ ਕੋਈ ਨਵੀਂ ਗੱਲ ਨਹੀਂ ਹੈ। ਪਰ ਲੋੜ ਇਹ ਹੈ ਕਿ ਅਸੀਂ ਇਹਨੂੰ ਕਿਵੇਂ ਠੱਲਣਾ ਹੈ, ਇਹਨੂੰ ਆਪਾਂ ਰੋਕ ਕਿਵੇਂ ਲਾਣੀ ਹੈ, ਇਹਦੇ ਬਾਰੇ ਅਸੀਂ ਘਰ ਘਰ ਪ੍ਰਚਾਰ ਕਰਨਾ ਹੈ, ਹਰ ਸਟੇਜ 'ਤੇ ਪ੍ਰਚਾਰ ਕਰਨਾ ਹੈ, ਹਰ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਨੀ ਹੈ ਕਿ ਕਿਰਪਾ ਕਰਕੇ ਜਿਹੜੀ ਪ੍ਰੀਸਟ ਕਲਾਸ ਹੈ ਇਹਦੇ ਵਾਸਤੇ ਸਾਨੂੰ ਪਾਓ। ਤੇ ਸੰਗਤ ਜੀ ਲੋੜ ਤਾਂ ਹੈ ਕਿ ਜਿਵੇਂ ਵੀਰ ਪ੍ਰਭ ਕੀ ਤੁਸੀਂ ਦੱਸਿਆ ਕਿ ਸਹਿਜ ਪਾਠ ਆਪਣਾ ਆਪ ਕੀਤਾ ਜਾਏ, ਬਜਾਏ ਕਿ ਅਸੀਂ ਪਾਠੀ ਸਿੰਘਾਂ ਕੋਲੋਂ ਕਰਵਾ ਕੇ ਉਹਦਾ ਲਾਭ ਨਹੀਂ ਹੋਣਾ। ਲਾਭ ਤਾਂ ਹੋਣਾ ਜੀ ਆਪ ਕਰਾਂਗੇ। ਦਵਾਈ ਜਿਹੜਾ ਖਾਏਗਾ ਅਸਰ ਉਹਨੂੰ ਹੋਏਗਾ। ਆਓ ਅਸੀਂ ਆਪ ਇਹ ਪ੍ਰਚਾਰ ਜਿਹੜਾ ਇਹ ਖੁਦ ਕਰੀਏ। ਤੇ ਇਹਨਾਂ ਜਿਹੜੇ ਸੋ ਕਾਲਡ ਪ੍ਰੋਫੈਸ਼ਨਲ ਜਿਹੜੇ ਮਾਇਆ ਮੰਗਦੇ ਨੇ, ਹਾਲਾਂਕਿ ਗੁਜ਼ਾਰੇ ਲਈ ਜ਼ਰੂਰ ਸਾਨੂੰ ਮਿਲਣੀ ਚਾਹੀਦੀ, ਇਹ ਨਹੀਂ ਕਹਿੰਦੇ, ਪਰ ਮੂੰਹ ਮੰਗ ਕੇ ਜਿਹੜੀ ਭੇਟਾ ਲੈਂਦੇ ਨੇ, ਘੱਟੋ ਘੱਟ ਉਹਨਾਂ ਬਾਰੇ ਅਸੀਂ ਸੁਚੇਤ ਹੋਈਏ, ਖਬਰਦਾਰ ਹੋਈਏ, ਆਪ ਪ੍ਰਚਾਰ ਵਿੱਚ ਆਪਣਾ ਹਿੱਸਾ ਪਾਈਏ। ਤੋ ਇਹਨਾਂ ਸਾਰੀਆਂ ਬੇਨਤੀਆਂ ਨਾਲ ਮੈਂ ਆਪਸ ਵਿੱਚ ਖਿਮਾ ਮੰਗਦਾ ਕਿ ਸਮਾਂ ਜ਼ਿਆਦਾ ਹੋ ਗਿਆ। ਅਖੀਰਲਾ ਸਵਾਲ ਜਿਹੜਾ ਹੈ ਉਹ ਆਪਾਂ 2 ਮਿੰਟ 'ਚ ਕਰ ਨਹੀਂ ਸਕਦੇ, ਉਹ ਅਗਲੇ ਹਫਤੇ ਲਵਾਂਗੇ। ਤੋ ਮੈਂ ਜਿਨ੍ਹਾਂ ਦਾ ਸਵਾਲ ਹੈ ਉਹਨਾਂ ਪਾਸੋਂ ਖਿਮਾ ਮੰਗਦਾ ਕਿ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤੇ ਵੇਲੇ ਭਗਤ ਹੋਏ। ਇਹ ਅਗਲੀ ਵਾਰੀ ਸਭ ਤੋਂ ਪਹਿਲੇ ਇਸ ਸਵਾਲ ਨੂੰ ਲਿਆ ਜਾਏਗਾ। ਤੋ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮੈਂ ਪੈਨਲ ਦੀ ਬਿਹਾਫ ਤੇ ਆਪ ਸਭ ਪਾਸੋਂ ਖਿਮਾ ਮੰਗਦਾ। ਅਗਲੇ ਸੋਮਵਾਰ ਤੁਹਾਡੀ ਅਰਦਲ 'ਚ ਹਾਜ਼ਰ ਹੋਵਾਂਗੇ। ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਸੁਝਾਅ ਭੇਜੋ ਕਿ ਇਹਨਾਂ ਪ੍ਰੋਗਰਾਮਾਂ ਨੂੰ ਕਿਵੇਂ ਚੰਗੇ ਕਰੀਏ। ਹੋਰ ਸੰਗਤਾਂ ਨੂੰ ਨਾਲ ਜੋੜੋ, ਕਿਉਂਕਿ ਸੰਗਤਾਂ ਜੁੜਦੀਆਂ ਤੇ ਹਨ ਨੇ, ਪਰ ਜਿਸ ਸਪੀਡ ਨਾਲ ਜੁੜਨੀਆਂ ਚਾਹੀਦੀਆਂ ਨੇ, ਕਿਉਂਕਿ 3 ਸਾਲ ਅਸੀਂ ਕੰਪਲੀਟ ਕਰ ਲਏ ਨੇ ਤੇ ਅਜੇ ਸਾਡੀ ਸੰਗਤ ਜਿਹੜੀ ਆ ਉਹ ਸੈਂਕੜਾਂ ਦੀ ਟੱਪੀ ਹੈ ਰੋਜ਼ਾਨਾ। ਤੋ ਇਹ ਇਸ ਪਾਸੇ ਧਿਆਨ ਦੇਈਏ ਵੀ ਕੀ ਕਾਰਨ। ਆਪਣੇ ਸੁਝਾਅ ਦਿਓ ਜੀ, ਆਪਣੇ ਸਵਾਲ ਭੇਜੋ ਜੀ। ਅਗਲੇ ਸੋਮਵਾਰ ਫਿਰ ਤੁਹਾਡੀ ਬਖਸ਼ਿਸ਼ ਨਾਲ ਤੁਹਾਡੀ ਅਰਦਲ 'ਚ ਹਾਜ਼ਰ ਹੋਵਾਂਗੇ। ਜਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।